किताब एक ओंकार सतनाम नानक बाणी प्रवचन ओशो विशा हुक्मी हुक्म चलाए राहो भाग दूजा। नानक ने हिंदू ਅਤੇ मुसलमान ਦੋਹਾਂ ਨਕਸ਼ਿਆਂ ਵਿੱਚ ਜੋ ਸਾਰ ਸੀ ਉਸ ਨੂੰ ਨਿਚੋੜ ਲਿਆ। ਨਾਨਕ ਨੂੰ ਤੁਸੀਂ ਨਾ ਤਾਂ ਹਿੰਦੂ ਕਹਿ ਸਕਦੇ ਹੋ ਨਾ ਤੁਸੀਂ ਮੁਸਲਮਾਨ ਕਹਿ ਸਕਦੇ ਹੋ। ਨਾਨਕ ਦੋਨੋਂ ਹਨ ਜਾਂ ਦੋਨੋਂ ਨਹੀਂ ਹਨ। ਨਾਨਕ ਨੂੰ ਸਮਝਣ ਵਿੱਚ ਲੋਕਾਂ ਨੂੰ ਬੜੀ ਮੁਸ਼ਕਿਲ ਹੋਈ। ਨਾਨਕ ਦੇ ਸੰਬੰਧ ਵਿੱਚ ਪੁਰਾਣਾ ਅਖਾਣ ਹੈ, ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ। ਉਹ ਦੋਨੋਂ ਹਨ ਅਤੇ ਉਹਨਾਂ ਦੇ ਦੋ ਚੇਲੇ ਸਨ, ਮਰਦਾਨਾ ਅਤੇ ਬਾਲਾ। ਇੱਕ ਮੁਸਲਮਾਨ ਇੱਕ ਹਿੰਦੂ। ਨਾ ਹਿੰਦੂ ਦੇ ਮੰਦਰ ਵਿੱਚ ਉਹਨਾਂ ਨੂੰ ਥਾਂ ਹੈ ਨਾ ਮੁਸਲਮਾਨ ਦੀ ਮਸਜਿਦ ਵਿੱਚ ਉਹਨਾਂ ਨੂੰ ਥਾਂ ਹੈ। ਦੋਹਾਂ ਥਾਵਾਂ 'ਤੇ ਸੰਦੇਹ ਸ਼ੱਕ ਹੈ ਕਿ ਇਹ ਆਦਮੀ ਹੈ ਕਿਹੜੀ ਥਾਂ। ਇਸ ਨੂੰ ਅਸੀਂ ਕਿਹੜੀ ਸ਼੍ਰੇਣੀ ਵਿੱਚ ਰੱਖੀਏ, ਕਿੱਥੇ ਬਿਠਾਈਏ। ਜੋ ਵੀ ਮਹੱਤਵਪੂਰਨ ਸੀ ਹਿੰਦੂ ਵਿੱਚ, ਜੋ ਵੀ ਮਹੱਤਵਪੂਰਨ ਸੀ ਮੁਸਲਮਾਨ ਵਿੱਚ, ਉਹਨਾਂ ਦੋਹਾਂ ਨਦੀਆਂ ਦਾ ਸੰਗਮ ਹੈ ਨਾਨਕ। ਜੋ ਵੀ ਸਾਰ ਸੀ, ਇਸ ਲਈ ਸਿੱਖ ਦਾ ਹਿੰਦੂ ਹੈ ਨਾ ਮੁਸਲਮਾਨ। ਜਾਂ ਤਾਂ ਉਹ ਦੋਨੋਂ ਹਨ ਜਾਂ ਫਿਰ ਦੋਨੋਂ ਨਹੀਂ ਹਨ। ਉਹ ਇੱਕ ਸੰਗਮ ਹੈ। ਇਹ ਜਿਹੜਾ ਸੰਗਮ ਹੈ, ਇਸ ਸੰਗਮ ਨੂੰ ਸਮਝਣਾ ਹੋਰ ਔਖਾ ਹੋ ਜਾਂਦਾ ਹੈ, ਕਿਉਂਕਿ ਇੱਕ ਨਦੀ ਦਾ ਸਾਫ਼ ਸੁਥਰਾ ਨਕਸ਼ਾ ਹੁੰਦਾ ਹੈ। ਹੁਣ ਇਹ ਦੋ ਨਦੀਆਂ ਦਾ ਨਕਸ਼ਾ ਇਕੱਠਾ ਮਿਲ ਗਿਆ। ਇਸ ਲਈ ਕੁਝ ਵਚਨ ਖਬਰ ਦਿੰਦੇ ਹਨ ਇਸਲਾਮ ਦੀ, ਕੁਝ ਵਚਨ ਖਬਰ ਦਿੰਦੇ ਹਨ ਹਿੰਦੂਆਂ ਦੀ, ਅਤੇ ਦੋਨੋਂ ਮਿਲ ਕੇ ਹੋਰ ਧੁੰਦਲੇ ਹੋ ਜਾਂਦੇ ਹਨ। ਇਹ ਧੁੰਦਲਾਪਨ ਤਦ ਹਟੇਗਾ ਜਦ ਕੋਈ ਪ੍ਰਯੋਗ ਵਿੱਚ ਉਤਰੇਗਾ, ਤਾਂ ਹੌਲੀ ਹੌਲੀ ਗੱਲ ਸਾਫ਼ ਹੁੰਦੀ ਜਾਏਗੀ। ਜੇਕਰ ਤੁਸੀਂ ਛਾਤੀ ਉੱਤੇ ਰੱਖ ਲਏ ਸ਼ਾਸਤਰ, ਜਿਵੇਂ ਕਿ ਹੋ ਰਿਹਾ ਹੈ, ਸਿੱਖ ਪੂਜ ਰਿਹਾ ਹੈ ਸ਼ਾਸਤਰਾਂ ਨੂੰ, ਇਸ ਲਈ ਗ੍ਰੰਥ ਹੀ ਗੁਰੂ ਹੋ ਗਿਆ। ਅਤੇ ਬੜੇ ਮਜ਼ੇ ਦੀ ਗੱਲ ਹੈ ਕਿ ਅਸੀਂ ਭੁੱਲਾਂ ਨੂੰ ਕਿਵੇਂ ਦੁਹਰਾਉਂਦੇ ਹਾਂ। ਨਾਨਕ ਮੱਕੇ ਗਏ ਤਾਂ ਮੱਕੇ ਦੇ ਪ੍ਰਧਾਨ ਮੌਲਵੀ ਨੇ ਉਹਨਾਂ ਨੂੰ ਆ ਕੇ ਕਿਹਾ ਕਿ ਆਪਣੇ ਪੈਰ ਦੂਜੀ ਦਿਸ਼ਾ ਵੱਲ ਕਰੋ, ਤੁਹਾਡੇ ਪੈਰ ਪਵਿੱਤਰ ਪੱਥਰ ਦੇ ਵੱਲ, ਕਾਬੇ ਦੇ ਵੱਲ ਹਨ। ਤਾਂ ਕਹਾਣੀ ਹੈ, ਨਾਨਕ ਨੇ ਕਿਹਾ, ਪਰਮਾਤਮਾ ਜਿੱਥੇ ਨਹੀਂ ਹੈ ਉੱਥੇ ਮੇਰੇ ਪੈਰ ਕਰ ਦਿਓ। ਕਹਾਣੀ ਇਹ ਹੈ, ਜਿੱਥੇ ਜਿੱਥੇ ਉਹਨਾਂ ਦੇ ਪੈਰ ਘੁਮਾਉਂਦੇ ਗਏ, ਕਾਬਾ ਉੱਧਰ ਉੱਧਰ ਘੁੰਮਦਾ ਗਿਆ। ਲੇਕਿਨ ਇਹ ਪ੍ਰਤੀਕ ਹੈ, ਅਰਥ ਇੰਨਾ ਹੀ ਹੈ ਕਿ ਤੁਸੀਂ ਪੈਰ ਕਿਤੇ ਵੀ ਕਰੋਗੇ ਉੱਥੇ ਪਰਮਾਤਮਾ ਹੈ, ਤਾਂ ਪੈਰ ਕਿੱਥੇ ਕਰੋਗੇ, ਉਹ ਸਾਰੇ ਪਾਸੇ ਹੈ। ਸਵਰਨ ਮੰਦਰ ਅੰਮ੍ਰਿਤਸਰ ਵਿੱਚ ਮੈਨੂੰ ਸੱਦਾ ਦਿੱਤਾ ਕਿ ਮੈਂ ਆਵਾਂ। ਮੈਂ ਗਿਆ ਤਾਂ ਮੈਂ ਤਾਂ ਕੋਈ ਟੋਪੀ ਨਹੀਂ ਪਾਉਂਦਾ। ਦਰਵਾਜ਼ੇ ਉੱਤੇ ਹੀ ਉਹਨਾਂ ਨੇ ਕਿਹਾ ਕਿ ਇਹ ਬੜੀ ਮੁਸ਼ਕਿਲ ਹੈ, ਤੁਹਾਨੂੰ ਸਿਰ ਉੱਤੇ ਕੱਪੜਾ ਬੰਨ੍ਹਣਾ ਹੀ ਪਵੇਗਾ। ਇਹ ਤਾਂ ਪਰਮਾਤਮਾ ਦਾ ਮੰਦਰ ਹੈ, ਇਸ ਦੇ ਵਿੱਚ ਸਿਰ 'ਤੇ ਟੋਪੀ ਚਾਹੀਦੀ ਹੈ। ਤਾਂ ਮੈਂ ਉਹਨਾਂ ਨੂੰ ਕਿਹਾ, ਤੁਸੀਂ ਭੁੱਲ ਗਏ ਕਿ ਨਾਨਕ ਦੇ ਨਾਲ ਕਾਬੇ ਵਿੱਚ ਕੀ ਹੋਇਆ ਸੀ। ਤਾਂ ਹੁਣ ਜਿੱਥੇ ਮੈਂ ਖਲੋਤਾ ਹਾਂ ਬਿਨਾਂ ਟੋਪੀ ਤੋਂ, ਕੀ ਇੱਥੇ ਪਰਮਾਤਮਾ ਨਹੀਂ, ਇੱਥੇ ਮੰਦਰ ਨਹੀਂ, ਪਰ ਭੁੱਲਾਂ ਉਸੇ ਤਰ੍ਹਾਂ ਦੀਆਂ ਉਸੇ ਤਰ੍ਹਾਂ ਦੁਹਰਾਈਆਂ ਜਾਂਦੀਆਂ ਹਨ। ਮੈਂ ਉਹਨਾਂ ਨੂੰ ਕਿਹਾ,
ਦੱਸੋ ਮੈਨੂੰ ਉਹ ਥਾਂ ਜਿੱਥੇ ਮੈਂ ਬਿਨਾਂ ਟੋਪੀ ਤੋਂ ਰਹਿ ਸਕਦਾ ਹਾਂ। ਅਤੇ ਤੁਸੀਂ ਵੀ ਇਸ਼ਨਾਨ ਕਰਦੇ ਹੋਵੋਗੇ ਤਾਂ ਪਗੜੀ ਉਤਾਰ ਹੀ ਦਿੰਦੇ ਹੋਵੋਗੇ। ਉਸ ਵੇਲੇ ਪਰਮਾਤਮਾ ਦਾ ਅਪਮਾਨ ਹੁੰਦਾ ਹੋਏਗਾ। ਤੁਸੀਂ ਵੀ ਤਾਂ ਰਾਤੀ ਸੌਂਦੇ ਹੋਵੋਗੇ ਤਦ ਪਗੜੀ ਲਾਉਂਦੇ ਹੋਵੋਗੇ। ਉਸ ਵੇਲੇ ਪਰਮਾਤਮਾ ਦਾ ਅਪਮਾਨ ਹੁੰਦਾ ਹੋਵੇਗਾ। ਆਦਮੀ ਦੀਆਂ ਨਾ ਸਮਝੀਆਂ ਉੱਥੇ ਦੀਆਂ ਉੱਥੇ ਹੀ ਹਨ। ਬੁੱਧ ਕੁਝ ਕਹਿਣ। ਬੁੱਧ ਨੂੰ ਮੰਨਣ ਵਾਲਾ ਸਾਰਾ ਕੁਝ ਲਿਪ ਪੋਚ ਦਿੰਦਾ ਹੈ। ਨਾਨਕ ਕੁਝ ਕਹਿਣ। ਨਾਨਕ ਨੂੰ ਮੰਨਣ ਵਾਲੇ ਸਾਰਾ ਕੁਝ ਲਿਪ ਪੋਚ ਦਿੰਦੇ ਹਨ। ਫਿਰ ਉਹੀ ਜਾਲ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਆਦਮੀ ਦੀ ਨਾ ਸਮਝੀ ਵਿੱਚ ਕੋਈ ਫਰਕ ਨਹੀਂ, ਉਹਦੇ ਬਹਿਰੇਪਨ ਵਿੱਚ ਕੋਈ ਫਰਕ ਨਹੀਂ ਹੈ। ਸੁਣ ਲੈਂਦਾ ਹੈ, ਆਪਣੇ ਮਤਲਬ ਕੱਢ ਲੈਂਦਾ ਹੈ, ਆਪਣੇ ਮਤਲਬ ਨਾਲ ਚੱਲਦਾ ਹੈ। ਜੋ ਸੁਣਿਆ ਹੈ ਉਹਦੇ ਅਨੁਭਵ ਨਾਲ ਨਹੀਂ। ਇਹ ਜੋ ਸ਼ਬਦ ਹਨ, ਨਾਨਕ ਕਹਿੰਦੇ ਹਨ, ਕੋਈ ਕਿੰਨੇ ਹੀ ਗੀਤ ਗਾਵੇ, ਇਸ ਨੂੰ ਕੋਈ ਪੂਰਾ ਨਹੀਂ ਕਰ ਸਕਿਆ। ਵੱਖਰੇ ਵੱਖਰੇ ਲੋਕ ਉਸ ਦੇ ਵੱਖਰੇ ਵੱਖਰੇ ਗੀਤ ਗਾਉਂਦੇ ਹਨ, ਕਿਉਂਕਿ ਵੱਖਰੇ ਵੱਖਰੇ ਲੋਕ ਵੱਖਰੇ ਵੱਖਰੇ ਪਾਸਿਓਂ ਉਹਦੇ ਵੱਲ ਪੁੱਜਦੇ ਹਨ। ਉਹਨਾਂ ਦੇ ਗੀਤਾਂ ਵਿੱਚ ਕੋਈ ਵਿਰੋਧ ਵੀ ਨਹੀਂ ਹੈ। ਕਿੰਨਾ ਹੀ ਵਿਰੋਧ ਵਿਖਾਈ ਦੇਵੇ, ਵੇਦ ਵੀ ਉਹੀ ਕਹਿੰਦੇ ਹਨ ਜੋ ਕੁਰਾਨ ਕਹਿੰਦਾ ਹੈ, ਲੇਕਿਨ ਮੁਹੰਮਦ ਦੇ ਪੂਜਣ ਦਾ ਢੰਗ ਹੋਰ, ਯਾਗਵਲਕਯ ਦੇ ਪੂਜਣ ਦਾ ਢੰਗ ਹੋਰ। ਬੁੱਧ ਵੀ ਉਹੀ ਕਹਿੰਦੇ ਹਨ ਜੋ ਨਾਨਕ ਕਹਿੰਦੇ ਹਨ, ਪਰ ਪੂਜਣ ਦਾ ਢੰਗ ਹੋਰ। ਅਨੰਤ ਦੁਆਰ ਹਨ ਉਸ ਦੇ। ਤੁਸੀਂ ਜਿੱਥੋਂ ਵੀ ਜਾਓ ਉਹੀ ਉਸ ਦਾ ਦੁਆਰ ਹੈ, ਅਤੇ ਤੁਸੀਂ ਆਪਣੇ ਦੁਆਰ ਦਾ ਵਰਣਨ ਕਰੋਗੇ, ਅਤੇ ਤੁਸੀਂ ਜਿਸ ਰਾਹ ਤੋਂ ਜਾਓਗੇ ਉਸ ਰਾਹ ਦਾ ਵਖਿਆਨ ਕਰੋਗੇ। ਦੂਜਾ ਜਿਹੜੇ ਰਾਹ ਪੁੱਜਾ ਹੈ ਉਹ ਉਸੇ ਰਾਹ ਦਾ ਵਖਿਆਨ ਕਰੇਗਾ। ਫਿਰ ਰਾਹ ਨਾਲ ਹੀ ਫਰਕ ਨਹੀਂ ਪੈਂਦਾ। ਤੁਹਾਡੀ ਸਮਝ, ਤੁਹਾਡੀ ਦ੍ਰਿਸ਼ਟੀ, ਤੁਹਾਡੀ ਭਾਵ ਦਸ਼ਾ। ਇੱਕ ਬਗੀਚੇ ਵਿੱਚ ਕਵੀ ਆਉਂਦਾ ਹੈ ਤਾਂ ਗੀਤ ਗਾਉਂਦਾ ਹੈ, ਚਿੱਤਰਕਾਰ ਆਉਂਦਾ ਹੈ ਤਾਂ ਚਿੱਤਰ ਬਣਾਉਂਦਾ ਹੈ, ਫੁੱਲਾਂ ਦਾ ਸੌਦਾਗਰ ਆਉਂਦਾ ਹੈ ਤਾਂ ਫੁੱਲਾਂ ਦੀ ਕੀਮਤ ਦੇ ਸੰਬੰਧ ਵਿੱਚ ਸੋਚਦਾ ਹੈ, ਵਪਾਰ ਦੀ ਗੱਲ ਸੋਚਦਾ ਹੈ। ਵਿਗਿਆਨਕ ਆ ਜਾਏਗਾ ਤਾਂ ਫੁੱਲਾਂ ਦਾ ਵਿਸ਼ਲੇਸ਼ਣ ਕਰਕੇ ਵੇਖੇਗਾ ਕਿ ਉਹਨਾਂ ਵਿੱਚ ਰਸਾਇਣਿਕ ਤੱਤ ਕੀ ਹਨ। ਕੋਈ ਆਦਮੀ ਜਿਹੜਾ ਨਸ਼ੇ ਨਾਲ ਭਰਿਆ ਹੋਵੇ ਉਹ ਲੰਘ ਜਾਵੇਗਾ, ਉਸ ਨੂੰ ਫੁੱਲ ਵਿਖਾਈ ਹੀ ਨਹੀਂ ਪੈਣਗੇ। ਉਹ ਬਗੀਚੇ ਵਿੱਚੋਂ ਲੰਘਿਆ ਹੈ, ਉਹਦਾ ਵੀ ਉਹਨੂੰ ਪਤਾ ਨਹੀਂ ਲੱਗੇਗਾ। ਤੁਸੀਂ ਜੋ ਵੀ ਵੇਖਿਆ ਉਹ ਤੁਹਾਡੀ ਹੀ ਖਿੜਕੀ ਵਿੱਚੋਂ ਦੇਖਿਆ ਗਿਆ ਹੈ। ਤੁਹਾਡੀ ਖਿੜਕੀ ਦਾ ਆਕਾਰ ਉਸ ਦੇ ਉੱਤੇ ਛਾ ਜਾਵੇਗਾ। ਨਾਨਕ ਕਹਿੰਦੇ ਹਨ, ਕੋਈ ਉਸ ਦੇ ਬਲ ਤਾਕਤ ਦਾ ਗੁਣ ਗਾਉਂਦੇ ਹਨ ਕਿ ਉਹ ਮਹਾਂ ਸ਼ਕਤੀਸ਼ਾਲੀ ਹੈ, ਪਰਮ ਸ਼ਕਤੀਸ਼ਾਲੀ ਹੈ, ਓਮਨੀਪੋਟੈਂਟ ਸਰਵ ਸ਼ਕਤੀਸ਼ਾਲੀ ਹੈ। ਕੋਈ ਉਸ ਦੇ ਦਾਨ ਦਾ ਗੀਤ ਗਾਉਂਦੇ ਹਨ ਕਿ ਉਹ ਪਰਮ ਦਾਤਾ ਹੈ। ਕੋਈ ਉਸ ਦੇ ਗੁਣ ਅਤੇ ਖੂਬਸੂਰਤੀ ਦਾ ਵਖਿਆਨ ਕਰਦੇ ਹਨ ਕਿ ਉਹ ਪਰਮ ਸੁੰਦਰ ਹੈ। ਕੋਈ ਉਸ ਨੂੰ ਕਹਿੰਦੇ ਹਨ ਸਤਿ, ਕੋਈ ਉਸ ਨੂੰ ਕਹਿੰਦੇ ਹਨ ਸ਼ਿਵ, ਕੋਈ ਉਸ ਨੂੰ ਕਹਿੰਦੇ ਹਨ ਸੁੰਦਰ। ਰਵਿੰਦਰਨਾਥ ਨੇ ਲਿਖਿਆ ਹੈ ਕਿ ਮੈਂ ਉਸ ਨੂੰ ਖੂਬਸੂਰਤੀ ਵਿੱਚ ਪਾਇਆ ਹੈ। ਇਸ ਤੋਂ ਪਰਮਾਤਮਾ ਦੇ ਸੰਬੰਧ ਵਿੱਚ ਕੋਈ ਖਬਰ ਨਹੀਂ ਮਿਲਦੀ। ਰਵਿੰਦਰਨਾਥ ਦੇ ਸੰਬੰਧ ਵਿੱਚ ਖਬਰ ਮਿਲਦੀ ਹੈ। ਗਾਂਧੀ ਕਹਿੰਦੇ ਹਨ ਕਿ ਉਹ ਮੇਰੇ ਲਈ ਸਤਿ ਹੈ। ਟਰੁਥ ਇਜ਼ ਗੋਡ।
ਇਸ ਤੋਂ ਪਰਮਾਤਮਾ ਦੇ ਸੰਬੰਧ ਵਿੱਚ ਕੋਈ ਖਬਰ ਨਹੀਂ ਮਿਲਦੀ। ਗਾਂਧੀ ਦੇ ਸੰਬੰਧ ਵਿੱਚ ਖਬਰ ਮਿਲਦੀ ਹੈ। ਕਵੀ ਲਈ ਸੁੰਦਰਤਾ ਵਿੱਚ ਪਰਮਾਤਮਾ ਹੈ, ਪਰਮ ਸੁੰਦਰਤਾ। ਗਾਂਧੀ ਕਵੀ ਨਹੀਂ ਹਨ। ਗਾਂਧੀ ਤੋਂ ਘੱਟ ਕਵੀ ਲੱਭਣਾ ਮੁਸ਼ਕਿਲ ਹੈ। ਉਹ ਬਿਲਕੁਲ ਹਿਸਾਬੀ ਕਿਤਾਬੀ ਹਨ। ਕਵਿਤਾ ਨਹੀਂ ਹਿਸਾਬ। ਹਿਸਾਬ ਦੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਪਰਮਾਤਮਾ ਸਤਿ ਹੈ। ਪ੍ਰੇਮ ਦੀ ਦ੍ਰਿਸ਼ਟੀ ਨਾਲ ਵੇਖਣ 'ਤੇ ਤਾਂ ਪ੍ਰੇਮੀ, ਪ੍ਰੀਤਮ, ਪਿਆਰਾ। ਕਿਸ ਦ੍ਰਿਸ਼ਟੀ ਨਾਲ ਅਸੀਂ ਵੇਖਦੇ ਹਾਂ, ਸਾਡੀ ਦ੍ਰਿਸ਼ਟੀ ਦੀ ਖਬਰ ਮਿਲਦੀ ਹੈ ਉਸ ਨਾਲ। ਉਹ ਸਭ ਹੈ ਇਕੱਠਾ, ਹੋਰ ਕੋਈ ਵੀ ਨਹੀਂ ਹੈ। ਇਸ ਲਈ ਮਹਾਂਵੀਰ ਦਾ ਇੱਕ ਬਹੁਤ ਅਨੋਖਾ ਪ੍ਰਯੋਗ ਹੈ ਚਿੰਤਨ ਦੇ ਸੰਬੰਧ ਵਿੱਚ ਕਿ ਜਦ ਤੱਕ ਤੁਹਾਡੀ ਦ੍ਰਿਸ਼ਟੀ ਨਾ ਛੁੱਟ ਜਾਏ ਤਦ ਤੱਕ ਤੁਸੀਂ ਉਸ ਨੂੰ ਨਹੀਂ ਜਾਣ ਸਕੋਗੇ, ਕਿਉਂਕਿ ਤੁਸੀਂ ਜੋ ਵੀ ਜਾਣੋਗੇ ਉਹ ਤੁਹਾਡੀ ਦ੍ਰਿਸ਼ਟੀ ਹੋਵੇਗੀ। ਮਹਾਂਵੀਰ ਉਸ ਨੂੰ ਕਹਿੰਦੇ ਹਨ। ਨਯ ਦ੍ਰਿਸ਼ਟੀ ਅਤੇ ਦਰਸ਼ਨ ਤਦ ਮਿਲੇਗਾ ਜਦ ਸਾਰੀ ਦ੍ਰਿਸ਼ਟੀ ਛੁੱਟ ਜਾਏਗੀ, ਪਰ ਤਦ ਤੁਸੀਂ ਚੁੱਪ ਹੋ ਜਾਓਗੇ, ਕਿਉਂਕਿ ਬਿਨਾਂ ਵੇਖਿਆ ਤੁਸੀਂ ਬੋਲੋਗੇ ਕਿਵੇਂ। ਜਦ ਕੋਈ ਵੀ ਦ੍ਰਿਸ਼ਟੀ ਨਹੀਂ ਹੋਵੇਗੀ ਤਦ ਉਸ ਦੇ ਵਰਗੇ ਹੋ ਜਾਓਗੇ, ਤਦ ਬੋਲੋਗੇ ਕਿਵੇਂ। ਤਦ ਤੁਸੀਂ ਓਨੇ ਹੀ ਵਿਸਤੀਰਣ ਹੋ ਜਾਓਗੇ, ਤਦ ਤੁਸੀਂ ਆਕਾਸ਼ ਦੇ ਨਾਲ ਲੀਨ ਹੋ ਜਾਓਗੇ। ਤੁਸੀਂ ਬੋਲੋਗੇ ਕਿਵੇਂ, ਤੁਸੀਂ ਵਿਖਰੇ ਹੀ ਨਹੀਂ ਰਹੋਗੇ। ਸਾਰੀਆਂ ਦ੍ਰਿਸ਼ਟੀਆਂ ਵੱਖਰੇ ਹੋਣ ਵਾਲੇ ਦੀਆਂ ਦ੍ਰਿਸ਼ਟੀਆਂ ਹਨ। ਇਸ ਲਈ ਨਾਨਕ ਸਾਰਿਆਂ ਦੀਆਂ ਦ੍ਰਿਸ਼ਟੀਆਂ ਗਿਣਾਉਂਦੇ ਹਨ। ਉਹ ਇਹ ਕਹਿ ਰਹੇ ਹਨ ਕਿ ਇਹ ਸਾਰੇ ਠੀਕ ਹਨ ਅਤੇ ਕੋਈ ਵੀ ਪੂਰਾ ਠੀਕ ਨਹੀਂ ਹੈ। ਜਦ ਕੋਈ ਅਧੂਰੇ ਨੂੰ ਪੂਰਾ ਹੋਣ ਦਾ ਦਾਅਵਾ ਕਰਦਾ ਹੈ ਤਦ ਭੁਲੇਖਾ ਹੋ ਜਾਂਦਾ ਹੈ। ਸੰਪਰਦਾਇ ਦਾ ਅਰਥ ਹੈ ਤੁਸੀਂ ਅਧੂਰੀ ਦ੍ਰਿਸ਼ਟੀ ਨੂੰ ਪੂਰੀ ਹੋਣ ਦਾ ਦਾਅਵਾ ਕਰ ਦਿੱਤਾ। ਸੰਪਰਦਾਇ ਨੂੰ ਧਰਮ ਕਹਿਣ ਦਾ ਅਰਥ ਹੈ ਕਿ ਤੁਸੀਂ ਅਧੂਰੀ ਦ੍ਰਿਸ਼ਟੀ ਪੂਰੀ ਹੋਣ ਦੀ ਘੋਸ਼ਣਾ ਕਰ ਦਿੱਤੀ ਕਿ ਇਹੀ ਦ੍ਰਿਸ਼ਟੀ ਪੂਰੀ ਹੈ। ਇਸ ਲਈ ਇੱਕ ਸੰਪਰਦਾਇ ਦੂਜੇ ਸੰਪਰਦਾਇ ਦੇ ਵਿਰੋਧ ਵਿੱਚ ਹੈ। ਸਾਰੇ ਸੰਪਰਦਾਇ ਧਰਮ ਦੀਆਂ ਦ੍ਰਿਸ਼ਟੀਆਂ ਹਨ, ਹੋਰ ਕੋਈ ਸੰਪਰਦਾਇ ਧਰਮ ਨਹੀਂ ਹੈ। ਜੇਕਰ ਅਸੀਂ ਸਾਰੇ ਮੁਮਕਿਨ ਸੰਪਰਦਾਇ ਨੂੰ ਮਿਲਾ ਦਈਏ ਤਾਂ ਧਰਮ ਪੈਦਾ ਹੋਏਗਾ। ਜਿਹੜੇ ਸੰਪਰਦਾਇ ਹੋਏ ਹਨ, ਜੋ ਹਨ ਅਤੇ ਜੋ ਹੋਣਗੇ। ਜੇਕਰ ਅਸੀਂ ਸਾਰੀਆਂ ਦ੍ਰਿਸ਼ਟੀਆਂ ਨੂੰ ਇਕੱਠਾ ਕਰ ਦਈਏ ਤਾਂ ਧਰਮ ਹੋਏਗਾ। ਕੋਈ ਸੰਪਰਦਾਇ ਧਰਮ ਨਹੀਂ ਹੈ। ਸੰਪਰਦਾਇ ਸ਼ਬਦ ਬਹੁਤ ਚੰਗਾ ਹੈ। ਸੰਪਰਦਾਇ ਦਾ ਅਰਥ ਹੈ ਰਾਹ। ਸੰਪਰਦਾਇ ਦਾ ਅਰਥ ਹੈ ਪੁੱਜਣ ਦਾ ਰਸਤਾ। ਧਰਮ ਦਾ ਅਰਥ ਹੈ ਮੰਜ਼ਿਲ। ਮੰਜ਼ਿਲ ਇੱਕ, ਰਾਹ ਅਨੇਕ ਹਨ। ਨਾਨਕ ਕਹਿੰਦੇ ਹਨ, ਕੋਈ ਬਲ ਦਾ ਮਾਣ ਕਰਦਾ ਹੈ, ਕੋਈ ਗੁਣਾਂ ਦਾ ਗਾਨ ਕਰਦਾ ਹੈ, ਕੋਈ ਉਸ ਦੇ ਦਾਨ ਦਾ ਗੀਤ ਗਾਉਂਦਾ ਹੈ, ਕੋਈ ਉਸ ਦੀ ਸੁੰਦਰਤਾ ਦੀ ਚਰਚਾ ਕਰਦਾ ਹੈ, ਕੋਈ ਉਸ ਵਿੱਦਿਆ ਦਾ ਵਰਣਨ ਕਰਦਾ ਹੈ ਜਿਸ ਦਾ ਵਿਚਾਰ ਕਠਿਨ ਹੈ। ਕੋਈ ਇਹ ਗਾਉਂਦੇ ਹਨ ਕਿ ਉਸ ਨੇ ਦੇਹ ਦੀ ਰਚਨਾ ਕੀਤੀ ਹੈ ਅਤੇ ਫਿਰ ਉਹੀ ਦੇਹ ਨੂੰ ਮਿਟਾਉਂਦਾ ਹੈ। ਕੋਈ ਕਹਿੰਦੇ ਹਨ ਜੀਵ ਫਿਰ ਉਸ ਤੋਂ ਹੀ ਦੇਹ ਗ੍ਰਹਿਣ ਕਰਦਾ ਹੈ। ਕੋਈ ਕਹਿੰਦੇ ਹਨ ਉਹ ਬਹੁਤ ਦੂਰ ਵਿਖਾਈ ਦਿੰਦਾ ਹੈ। ਕੋਈ ਕਹਿੰਦੇ ਹਨ ਉਹ ਬਹੁਤ ਨੇੜੇ ਹੈ। ਕੋਈ ਗੀਤ ਗਾਉਂਦੇ ਹਨ ਉਹ ਸਾਨੂੰ ਵੇਖਦਾ ਹੈ ਅਤੇ ਸਰਬ ਵਿਆਪੀ ਹੈ। ਉਸ ਦੇ ਗੁਣ ਗਾਣ ਦਾ ਅੰਤ ਨਹੀਂ। ਕਥਨਾ ਕਥੀ ਨਾ ਆਵੈ ਟੋਟ। ਕਹਿੰਦੇ ਕਹਿੰਦੇ ਥੱਕ ਜਾਂਦੇ ਹਾਂ ਅਤੇ ਉਸ ਦੇ ਗੁਣ ਗਾਨ ਦਾ ਕੋਈ ਅੰਤ ਨਹੀਂ ਆਉਂਦਾ।
ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜ 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 ਵਾਰ ਕਹਿਣ ਨਾਲ ਵੀ ਉਹ ਅਣਕਿਹਾ ਹੀ ਪਿੱਛੇ ਛੁੱਟ ਜਾਂਦਾ ਹੈ। ਦਾਤਾ ਦਿੰਦਾ ਹੀ ਰਹਿੰਦਾ ਹੈ, ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਹਨ। ਇਹ ਬਹੁਤ ਮਹੱਤਵਪੂਰਨ ਵਚਨ ਹੈ। ਜੀਵਨ ਉਹੀ ਦਿੰਦਾ ਹੈ, ਸਵਾਸ ਉਹੀ ਚਲਾਉਂਦਾ ਹੈ, ਧੜਕਣ ਵਿੱਚ ਉਹੀ ਧੜਕਦਾ ਹੈ। ਉਹ ਦਿੰਦਾ ਹੀ ਰਹਿੰਦਾ ਹੈ, ਉਸ ਦੇ ਦੇਣ ਵਿੱਚ ਕੋਈ ਅੰਤ ਨਹੀਂ। ਉਸ ਦੇ ਬਦਲੇ ਸਾਥੋਂ ਕੁਝ ਮੰਗਦਾ ਵੀ ਨਹੀਂ। ਇਸ ਲਈ ਤਾਂ ਜੀਵਨ ਤੁਹਾਨੂੰ ਸਸਤਾ ਮਾਲੂਮ ਹੁੰਦਾ ਹੈ ਅਤੇ ਚੀਜ਼ਾਂ ਮਹਿੰਗੀਆਂ ਮਾਲੂਮ ਹੁੰਦੀਆਂ ਹਨ। ਤੁਸੀਂ ਜੀਵਨ ਗੁਆਉਣ ਨੂੰ ਕਦੇ ਵੀ ਰਾਜ਼ੀ ਹੋ, ਧਨ ਗੁਆਉਣ ਨੂੰ ਨਹੀਂ, ਕਿਉਂਕਿ ਧਨ ਲੱਗਦਾ ਹੈ ਬੜੀ ਮੁਸ਼ਕਿਲ ਚੀਜ਼ ਹੈ। ਜੀਵਨ ਤਾਂ ਮੁਫਤ ਵਿੱਚ ਮਿਲਦਾ ਹੈ। ਉਹ ਤੁਹਾਨੂੰ ਜੋ ਵੀ ਦਿੱਤਾ ਹੈ ਮੁਫਤ ਹੈ। ਉਸ ਦੇ ਬਦਲੇ ਵਿੱਚ ਤੁਸੀਂ ਕੁਝ ਵੀ ਨਹੀਂ ਦਿੱਤਾ ਹੈ। ਅਤੇ ਜਿਸ ਦਿਨ ਤੁਹਾਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋਏਗਾ ਕਿ ਜੋ ਵੀ ਮਿਲਿਆ ਹੈ ਉਸ ਦੇ ਵਿੱਚ ਮੇਰੀ ਪਾਤਰਤਾ ਕੀ ਹੈ, ਜੇਕਰ ਮੈਂ ਨਾ ਹੁੰਦਾ ਤਾਂ ਹਰਜ਼ ਕੀ ਸੀ। ਤੁਹਾਡੇ ਅੰਦਰ ਜਿਹੜੀ ਜੀਵਨ ਦੀ ਸੰਭਾਵਨਾ ਬਣੀ ਹੈ ਅਤੇ ਤੁਹਾਡੇ ਅੰਦਰ ਜਿਹੜਾ ਚੇਤਨਾ ਦਾ ਫੁੱਲ ਖਿੜਿਆ ਹੈ, ਜੇਕਰ ਨਾ ਖਿੜਦਾ ਤਾਂ ਤੁਸੀਂ ਕਿਸ ਦੇ ਕੋਲ ਸ਼ਿਕਾਇਤ ਕਰਦੇ ਅਤੇ ਤੁਹਾਡੀ ਕੀ ਯੋਗਤਾ ਹੈ ਕਿ ਤੁਹਾਨੂੰ ਜੀਵਨ ਮਿਲੇ। ਤੁਸੀਂ ਕਿਸ ਤਰ੍ਹਾਂ ਇਸ ਨੂੰ ਅਰਜਿਤ ਕੀਤਾ ਹੈ। ਹਰ ਨਿੱਕੀ ਨਿੱਕੀ ਚੀਜ਼ ਦੇ ਲਈ ਯੋਗਤਾ ਚਾਹੀਦੀ ਹੈ। ਤੁਸੀਂ ਇੱਕ ਦਫ਼ਤਰ ਵਿੱਚ ਕਲਰਕ ਹੋ, ਉਸ ਦੇ ਲਈ ਯੋਗਤਾ ਚਾਹੀਦੀ ਹੈ। ਤੁਸੀਂ ਇੱਕ ਸਕੂਲ ਵਿੱਚ ਮਾਸਟਰ ਹੋ, ਉਸ ਦੇ ਲਈ ਯੋਗਤਾ ਚਾਹੀਦੀ ਹੈ। ਤੁਸੀਂ ਉਸ ਨੂੰ ਅਰਜਿਤ ਕਰਦੇ ਹੋ। ਤੁਸੀਂ ਜੀਵਨ ਦੇ ਲਈ ਕੀ ਕੀਤਾ, ਕਿਵੇਂ ਅਰਜਿਤ ਕੀਤਾ ਹੈ, ਉਹ ਦਾਨ ਹੈ। ਉਹ ਤੁਹਾਨੂੰ ਐਵੇਂ ਹੀ ਮਿਲਿਆ ਹੈ, ਤੁਹਾਡੀ ਕੋਈ ਪਾਤਰਤਾ ਦੇ ਕਾਰਨ ਨਹੀਂ। ਅਤੇ ਜਿਸ ਦਿਨ ਤੁਹਾਨੂੰ ਇਹ ਪ੍ਰਤੀਤੀ ਹੋਏਗੀ, ਉਸ ਦਿਨ ਪ੍ਰਾਰਥਨਾ ਜਨਮੇਗੀ। ਉਸ ਦਿਨ ਤੁਸੀਂ ਕਹੋਗੇ, ਮੈਂ ਕੀ ਕਰਾਂ, ਮੈਂ ਕਿਵੇਂ ਧੰਨਵਾਦ ਪ੍ਰਗਟ ਕਰਾਂ, ਮੈਂ ਕਿਵੇਂ ਤੇਰੇ ਕਰਜ਼ ਨੂੰ ਉਤਾਰਾਂ। ਪ੍ਰਾਰਥਨਾ ਮੰਗ ਨਹੀਂ ਹੈ, ਪ੍ਰਾਰਥਨਾ ਜੋ ਪਹਿਲਾਂ ਤੋਂ ਹੀ ਮਿਲਿਆ ਹੈ ਉਸ ਦਾ ਧੰਨਵਾਦ ਹੈ। ਅਤੇ ਇਹ ਪ੍ਰਾਰਥਨਾ ਦੇ ਦੋ ਭੇਦ ਹਨ। ਤੁਸੀਂ ਜਦੋਂ ਮੰਦਿਰ ਜਾਂਦੇ ਹੋ ਤਾਂ ਮੰਗਣ ਜਾਂਦੇ ਹੋ, ਤੁਹਾਡੀ ਪ੍ਰਾਰਥਨਾ ਝੂਠੀ ਹੈ। ਨਾਨਕ ਵੀ ਜਾਂਦੇ ਹਨ, ਉਹ ਧੰਨਵਾਦ ਦੇਣ ਜਾਂਦੇ ਹਨ। ਉਹ ਕਹਿਣ ਜਾਂਦੇ ਹਨ, ਜੋ ਤੂੰ ਦਿੱਤਾ ਉਹ ਭਰੋਸੇ ਤੋਂ ਬਾਹਰ ਹੈ। ਕੋਈ ਕਾਰਨ ਨਹੀਂ ਮੇਰੇ ਅੰਦਰ ਕਿ ਮੈਨੂੰ ਮਿਲੇ, ਕੋਈ ਮੇਰੀ ਯੋਗਤਾ ਨਹੀਂ। ਨਾ ਮਿਲੇ ਸ਼ਿਕਾਇਤ ਕਰਨ ਦਾ ਕੋਈ ਉਪਾਅ ਨਹੀਂ ਅਤੇ ਤੂੰ ਦਿੰਦਾ ਹੀ ਚਲਿਆ ਜਾਂਦਾ ਹੈ। ਪਰਮਾਤਮਾ ਅਨੰਤ ਦਾਨੀ ਹੈ, ਕੁਦਰਤ ਦਿੰਦੀ ਹੀ ਚਲੀ ਜਾਂਦੀ ਹੈ ਅਤੇ ਅਸੀਂ ਸਾਥੋਂ ਬਹੁਤੇ ਅਕ੍ਰਿਤਘਣ ਲੋਕ ਲੱਭਣੇ ਔਖੇ ਹਨ। ਅਸੀਂ ਧੰਨਵਾਦ ਵੀ ਨਹੀਂ ਦੇ ਸਕਦੇ, ਉਸ ਦੇ ਦੇਣ ਦਾ ਅੰਤ ਨਹੀਂ ਹੈ ਅਤੇ ਸਾਡੀ ਅਕ੍ਰਿਤਘਣਤਾ ਦਾ ਕੋਈ ਅੰਤ ਨਹੀਂ। ਅਸੀਂ ਧੰਨਵਾਦ ਵੀ ਪ੍ਰਗਟ ਨਹੀਂ ਕਰ ਸਕਦੇ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਧੰਨਵਾਦ, ਕਿ ਅਸੀਂ ਆਭਾਰੀ ਹਾਂ, ਕਿ ਤੇਰਾ ਸ਼ੁਕਰੀਆ। ਇੰਨਾ ਵੀ ਸਾਥੋਂ ਨਹੀਂ ਹੁੰਦਾ। ਓਨੇ ਵਿੱਚ ਵੀ ਸਾਨੂੰ ਔਖਿਆਈ ਮਾਲੂਮ ਹੁੰਦੀ ਹੈ। ਸਾਡਾ ਕੰਠ ਅਵਰੁੱਧ ਹੋ ਜਾਂਦਾ ਹੈ। ਤੁੱਛ ਗੱਲਾਂ ਲਈ ਧੰਨਵਾਦ ਦੇ ਦਿੰਦੇ ਹੋ। ਤੁਹਾਡਾ ਰੁਮਾਲ ਡਿੱਗ ਪਿਆ ਅਤੇ ਕਿਸੇ ਨੇ ਚੁੱਕ ਕੇ ਦੇ ਦਿੱਤਾ ਤਾਂ ਤੁਸੀਂ ਉਸ ਨੂੰ ਕਹਿੰਦੇ ਹੋ ਧੰਨਵਾਦ। ਅਤੇ ਜਿਸ ਨੇ ਤੁਹਾਨੂੰ ਜੀਵਨ ਦਿੱਤਾ ਹੈ, ਤੁਸੀਂ ਉਸ ਦੇ ਲਈ ਧੰਨਵਾਦ ਦੇਣ ਕਦੇ ਵੀ ਨਹੀਂ ਗਏ। ਅਤੇ ਜਦ ਵੀ ਤੁਸੀਂ ਗਏ ਹੋ,
ਸ਼ਿਕਾਇਤ ਲੈ ਕੇ ਗਏ ਹੋ। ਜਦ ਵੀ ਤੁਸੀਂ ਗਏ ਹੋ ਤਾਂ ਇਹ ਦੱਸਣ ਗਏ ਹੋ ਕਿ ਕੀ ਤੂੰ ਗਲਤ ਕਰ ਰਿਹਾ ਹੈ। ਮੇਰਾ ਮੁੰਡਾ ਬਿਮਾਰ ਪਿਆ ਹੈ ਕਿ ਮੇਰੀ ਪਤਨੀ ਦੁਰਵਿਹਾਰ ਕਰ ਰਹੀ ਹੈ ਕਿ ਧੰਦਾ ਠੀਕ ਨਹੀਂ ਚੱਲ ਰਿਹਾ ਹੈ ਅਤੇ ਤੁਸੀਂ ਆਪਣੀਆਂ ਸ਼ਿਕਾਇਤਾਂ ਨੂੰ ਬਹੁਤ ਵਧਾ ਲੈਂਦੇ ਹੋ, ਤਾਂ ਤੁਹਾਡੀਆਂ ਸ਼ਿਕਾਇਤਾਂ ਦਾ ਅੰਤਮ ਜੋੜ ਇਹ ਹੁੰਦਾ ਹੈ ਕਿ ਤੁਸੀਂ ਕਹਿੰਦੇ ਹੋ ਤੂੰ ਹੈ ਹੀ ਨਹੀਂ। ਤੂੰ ਜੇਕਰ ਹੈ ਤਾਂ ਇਹ ਚੀਜ਼ਾਂ ਪੂਰੀਆਂ ਕਰ। ਨਾਸਤਿਕਤਾ ਦਾ ਅਰਥ ਹੈ ਤੁਹਾਡੀਆਂ ਸ਼ਿਕਾਇਤਾਂ ਇੰਨੀਆਂ ਵੱਧ ਗਈਆਂ ਕਿ ਹੁਣ ਤੁਸੀਂ ਪਰਮਾਤਮਾ ਨੂੰ ਮੰਨ ਨਹੀਂ ਸਕਦੇ। ਤੁਸੀਂ ਆਪਣੀਆਂ ਸ਼ਿਕਾਇਤਾਂ ਦੇ ਕਾਰਨ ਪਰਮਾਤਮਾ ਦੀ ਹੱਤਿਆ ਕਰ ਦਿੰਦੇ ਹੋ। ਆਸਤਿਕਤਾ ਦਾ ਕੀ ਅਰਥ ਹੈ? ਆਸਤਿਕਤਾ ਦਾ ਅਰਥ ਹੈ ਤੁਹਾਡਾ ਉਹ ਭਾਵ ਇੰਨਾ ਵੱਧ ਗਿਆ, ਤੁਹਾਡਾ ਧੰਨਵਾਦ ਇੰਨਾ ਵੱਧ ਗਿਆ, ਤੁਸੀਂ ਇੰਨੇ ਸ਼ੁਕਰਾਨਾ ਭਾਵ ਨਾਲ ਭਰ ਗਏ ਹੋ ਕਿ ਉਹ ਤੁਹਾਨੂੰ ਸਾਰੇ ਪਾਸੇ ਵਿਖਾਈ ਦੇਣ ਲੱਗ ਪੈਂਦਾ ਹੈ। ਹਰ ਪਾਸੇ ਉਸ ਦਾ ਹੱਥ, ਹਰ ਥਾਂ 'ਤੇ ਉਸ ਦੀ ਹੋਂਦ, ਹਰ ਥਾਂ 'ਤੇ ਉਸ ਦਾ ਅਹਿਸਾਸ ਹੋਣ ਲੱਗਦਾ ਹੈ। ਆਸਤਿਕਤਾ ਧੰਨਵਾਦ ਦੀ ਪਰਮ ਸਥਿਤੀ ਹੈ। ਨਾਸਤਿਕਤਾ ਸ਼ਿਕਾਇਤ ਦਾ ਆਖਰੀ ਰੂਪ ਹੈ। ਨਾਨਕ ਇਹ ਕਹਿ ਰਹੇ ਹਨ ਕਿ ਜਦ ਦਾਤਾ ਦੇ ਹੀ ਜਾਂਦਾ ਹੈ, ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਹਨ, ਪਰ ਦਾਤਾ ਨਹੀਂ ਥੱਕਦਾ। ਯੁੱਗ ਯੁਗਾਂਤਰਾਂ ਤੋਂ ਜੀਵ ਉਸ ਦਾ ਭੋਗ ਕਰ ਰਹੇ ਹਨ, ਪਰ ਉਸ ਦਾ ਅੰਤ ਨਹੀਂ ਹੈ। ਤੁਸੀਂ ਉਸ ਨੂੰ ਕਿੰਨਾ ਹੀ ਭੋਗੋ, ਤੁਸੀਂ ਉਸ ਦਾ ਦੇਣ ਦੇ ਨਹੀਂ ਸਕੋਗੇ। ਤੁਹਾਡਾ ਭੋਗ ਇਹੋ ਜਿਹਾ ਹੈ ਜਿਵੇਂ ਕੋਈ ਚਮਚਾ ਲੈ ਕੇ ਸਮੁੰਦਰ ਦੇ ਕੰਢੇ ਬੈਠਾ ਹੋਵੇ ਅਤੇ ਚਮਚੇ ਨਾਲ ਸਮੁੰਦਰ ਨੂੰ ਖਾਲੀ ਕਰ ਰਿਹਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਕਦੇ ਨਾ ਕਦੇ ਉਹ ਸਮੁੰਦਰ ਨੂੰ ਖਾਲੀ ਕਰ ਲਵੇ, ਕਿਉਂਕਿ ਚਮਚੇ ਦੀ ਵੀ ਸੀਮਾ ਹੈ ਅਤੇ ਸਮੁੰਦਰ ਦੀ ਵੀ ਸੀਮਾ ਹੈ। ਲੇਕਿਨ ਤੁਸੀਂ ਪਰਮਾਤਮਾ ਨੂੰ ਖਾਲੀ ਨਹੀਂ ਕਰ ਸਕੋਗੇ, ਕਿਉਂਕਿ ਉਸ ਦੀ ਕੋਈ ਸੀਮਾ ਨਹੀਂ। ਅਨੰਤ ਕਾਲ ਤੋਂ ਤੁਸੀਂ ਭੋਗ ਰਹੇ ਹੋ, ਅਨੇਕਾਂ ਰੂਪਾਂ ਵਿੱਚ ਤੁਸੀਂ ਭੋਗਦੇ ਹੋ ਅਤੇ ਤੁਹਾਡੇ ਹਿਰਦੇ ਵਿੱਚੋਂ ਧੰਨਵਾਦ ਦੀ ਆਵਾਜ਼ ਵੀ ਨਹੀਂ ਉੱਠੀ। ਤੁਸੀਂ ਇੱਕ ਵਾਰੀ ਵੀ ਆਕਾਸ਼ ਵੱਲ ਅੱਖ ਚੁੱਕ ਕੇ ਨਹੀਂ ਕਿਹਾ ਕਿ ਮੈਂ ਧੰਨ ਭਾਗੀ ਹਾਂ ਅਤੇ ਤੂੰ ਜੋ ਦਿੱਤਾ ਹੈ ਉਹ ਅਪਰੰਪਾਰ ਹੈ। ਜਦ ਵੀ ਤੁਸੀਂ ਉਸ ਦੇ ਕੋਲ ਗਏ, ਸ਼ਿਕਾਇਤ ਲੈ ਕੇ ਹੀ ਗਏ ਅਤੇ ਜਦ ਵੀ ਤੁਸੀਂ ਕੁਝ ਕਿਹਾ, ਨਾਰਾਜ਼ਗੀ ਜ਼ਾਹਿਰ ਕੀਤੀ। ਜਦ ਵੀ ਤੁਸੀਂ ਗਏ, ਇਹੀ ਕਿਹਾ ਕਿ ਤੁਹਾਡੀ ਯੋਗਤਾ ਤਾਂ ਬਹੁਤੀ ਹੈ ਪਰ ਮਿਲਿਆ ਘੱਟ ਹੈ। ਕੁਝ ਦਿਨ ਹੋਏ, ਇੱਕ ਵੱਡਾ ਅਫਸਰ ਦਿੱਲੀ ਤੋਂ ਮੈਨੂੰ ਮਿਲਣ ਆਇਆ। ਵੱਡੀ ਤੋਂ ਵੱਡੀ ਪਦਵੀ ਉੱਤੇ ਹਨ, ਲੇਕਿਨ ਜਿੰਨੀ ਵੱਡੀ ਪਦਵੀ 'ਤੇ ਹੋਣ ਓਨੀਆਂ ਸ਼ਿਕਾਇਤਾਂ ਵੱਧ ਜਾਂਦੀਆਂ ਹਨ, ਕਿਉਂਕਿ ਉਹ ਸੋਚਦੇ ਹਨ ਉਹਨਾਂ ਨੂੰ ਮੰਤਰੀ ਹੋਣਾ ਚਾਹੀਦਾ ਹੈ, ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਉਹ ਮੈਨੂੰ ਕਹਿਣ ਲੱਗੇ, ਹੋਰ ਤਾਂ ਸਭ ਠੀਕ ਹੈ, ਕੋਈ ਰਾਹ ਦੱਸੋ ਜਿਸ ਨਾਲ ਮੇਰੇ ਨਾਲ ਜੀਵਨ ਵਿੱਚ ਜਿਹੜਾ ਅਨਿਆਏ ਹੋਇਆ ਹੈ ਉਸ ਨੂੰ ਮੈਂ ਸਹਿਣ ਵਿੱਚ ਸਮਰੱਥ ਹੋ ਜਾਵਾਂ। ਅਨਿਆਏ ਕੀ ਹੋਇਆ ਹੈ? ਅਨਿਆਏ ਇਹ ਹੋਇਆ ਹੈ ਕਿ ਜੋ ਮੈਨੂੰ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਿਆ ਅਤੇ ਜਿਸ ਪਦਵੀ ਦੇ ਮੈਂ ਲਾਇਕ ਹਾਂ ਉਸ ਤੋਂ ਨੀਵਾਂ ਰਹਿ ਗਿਆ। ਸਾਰਿਆਂ ਨੂੰ ਅਜਿਹਾ ਲੱਗਦਾ ਹੈ, ਇਸ ਲਈ ਹਰ ਆਦਮੀ ਇਸ ਦੁੱਖ ਵਿੱਚ ਜਿਉਂਦਾ ਹੈ ਕਿ ਜੋ ਮੈਨੂੰ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਿਆ। ਮੈਂ ਲਾਇਕ ਤਾਂ ਸੀ ਕਿ ਵਾਈਸ ਚਾਂਸਲਰ ਹੋ ਜਾਂਦਾ
ਅਤੇ ਪਿੰਡ ਦੇ ਇੱਕ ਸਕੂਲ ਵਿੱਚ ਮਾਸਟਰ ਹੋ ਗਿਆ। ਲਾਇਕ ਤਾਂ ਸੀ ਕਿ ਮਾਲਿਕ ਹੋ ਜਾਂਦਾ, ਬਣਿਆ ਚਪੜਾਸੀ ਹੀ, ਅਤੇ ਇਹੀ ਸਥਿਤੀ ਸਦਾ ਬਣੀ ਰਹਿੰਦੀ ਹੈ। ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ, ਉਹ ਵੀ ਸੋਚ ਰਿਹਾ ਹੈ ਕਿ ਹੁਣ ਮੇਰੀ ਯੋਗਤਾ ਤਾਂ ਇਸ ਤੋਂ ਵੀ ਵੱਡੀ ਹੈ, ਲੇਕਿਨ ਹੁਣ ਵਿਸਤਾਰ ਦਾ ਕੋਈ ਉਪਾਅ ਵਿਖਾਈ ਨਹੀਂ ਦਿੰਦਾ ਕਿ ਮੈਂ ਸਾਰੀ ਦੁਨੀਆ ਦਾ ਮਾਲਿਕ ਕਿਵੇਂ ਹੋ ਜਾਵਾਂ। ਤੁਸੀਂ ਸਿਕੰਦਰਾਂ ਨੂੰ ਤ੍ਰਿਪਤ ਨਹੀਂ ਕਰ ਸਕਦੇ, ਅਤੇ ਸਾਰੇ ਹੀ ਸਿਕੰਦਰ ਹਨ, ਛੋਟੇ ਮੋਟੇ ਵੱਡੇ, ਲੇਕਿਨ ਸਿਕੰਦਰ ਹਨ। ਸਾਰਿਆਂ ਦੀ ਵੱਡੀ ਖਾਹਿਸ਼ ਹੈ, ਅਤੇ ਖਾਹਿਸ਼ ਤੁਹਾਥੋਂ ਵੀ ਅੱਗੇ ਜਾਂਦੀ ਹੈ। ਤੁਸੀਂ ਹਮੇਸ਼ਾ ਪਿੱਛੇ ਰਹਿੰਦੇ ਹੋ, ਅਤੇ ਲਿਆਕਤ ਤੁਹਾਨੂੰ ਸਦਾ ਬਹੁਤ ਮਾਲੂਮ ਹੁੰਦੀ ਹੈ। ਇਹ ਅਧਾਰਮਿਕ ਆਦਮੀ ਦਾ ਲੱਛਣ ਹੈ। ਧਾਰਮਿਕ ਆਦਮੀ ਦਾ ਲੱਛਣ ਇਹ ਹੈ ਕਿ ਜੋ ਮਿਲ ਜਾਏ ਉਹ ਮੇਰੀ ਲਿਆਕਤ ਤੋਂ ਬਹੁਤਾ ਹੈ। ਥੋੜ੍ਹਾ ਸੋਚੋ ਦੇਖੋ, ਜੋ ਤੁਹਾਨੂੰ ਮਿਲਿਆ ਹੈ ਤੁਹਾਡੀ ਲਿਆਕਤ ਨਾਲੋਂ ਬਹੁਤਾ ਹੈ ਜਾਂ ਘੱਟ? ਉਹ ਸਦਾ ਬਹੁਤਾ ਹੈ, ਉਹ ਹਮੇਸ਼ਾ ਹੀ ਜ਼ਿਆਦਾ ਹੈ, ਕਿਉਂਕਿ ਕੁਝ ਵੀ ਅਸੀਂ ਅਰਜਿਤ ਨਹੀਂ ਕੀਤਾ ਹੈ। ਇਹ ਵਿਰਾਟ ਜੀਵਨ ਸਾਨੂੰ ਇਵੇਂ ਹੀ ਦਾਨ ਵਿੱਚ ਮਿਲਿਆ ਹੈ। ਅਸੀਂ ਮੰਗਿਆ ਵੀ ਨਹੀਂ ਸੀ, ਬਿਨ ਮੰਗੇ ਮਿਲਿਆ ਹੈ। ਫਿਰ ਵੀ ਉਹ ਭਾਵ ਪੈਦਾ ਨਹੀਂ ਹੁੰਦਾ। ਨਾਨਕ ਕਹਿ ਰਹੇ ਹਨ, ਉਸ ਨੂੰ ਜੁਗਾਂ ਜੁਗਾਂ ਤੱਕ ਭੋਗ ਕੇ ਵੀ ਅਸੀਂ ਚੁਕਾ ਨਹੀਂ ਪਾਉਂਦੇ, ਉਸ ਦਾ ਦੇਣ ਦੇ ਨਹੀਂ ਸਕਦੇ। ਉਹ ਹੁਕਮੀ ਹੁਕਮ ਨਾਲ ਮਾਰਗ ਦਰਸ਼ਨ ਕਰਦਾ ਹੈ। ਇਹ ਬਹੁਤ ਗਹਿਰੀ ਚਾਬੀ ਹੈ, ਅਤੇ ਨਾਨਕ ਦੇ ਵਿਚਾਰ ਦਾ ਵੱਡਾ ਮਹੱਤਵਪੂਰਨ ਹਿੱਸਾ ਇਸ ਦੇ ਵਿੱਚ ਲੁਕਿਆ ਹੈ। ਉਹ ਇਹ ਹੈ, ਹੁਕਮੀ ਹੁਕਮ ਚਲਾਏ ਰਾਹੋ। ਉਹ ਹੁਕਮ ਨਾਲ ਦੁਨੀਆ ਨੂੰ ਚਲਾ ਰਿਹਾ ਹੈ, ਅਤੇ ਸਦਾ ਤੁਹਾਨੂੰ ਹੁਕਮ ਦਿੰਦਾ ਹੈ। ਜੇਕਰ ਤੁਹਾਡੇ ਕੋਲ ਥੋੜ੍ਹੀ ਵੀ ਸੁਣਨ ਦੀ ਸਮਝ ਹੋਵੇ, ਤਾਂ ਤੁਸੀਂ ਉਸ ਦੇ ਹੁਕਮ ਨੂੰ ਸਮਝ ਸਕਦੇ ਹੋ, ਉਸ ਦੇ ਅਨੁਸਾਰ ਚੱਲ ਸਕਦੇ ਹੋ। ਤੁਸੀਂ ਸੁਣਦੇ ਹੀ ਨਹੀਂ। ਤੁਸੀਂ ਚੋਰੀ ਕਰਨ ਜਾਂਦੇ ਹੋ, ਅੰਦਰੋਂ ਉਹ ਕਹਿੰਦਾ ਹੈ ਨਾ ਕਰੋ। ਇੱਕ ਵਾਰ ਕਹਿੰਦਾ ਹੈ, 2 ਵਾਰ ਕਹਿੰਦਾ ਹੈ, 1000 ਵਾਰ ਕਹਿੰਦਾ ਹੈ, ਤੁਸੀਂ ਜਾਈ ਹੀ ਜਾਂਦੇ ਹੋ, ਤੁਸੀਂ ਕਰਦੇ ਹੀ ਜਾਂਦੇ ਹੋ। ਫਿਰ ਹੌਲੀ ਹੌਲੀ ਉਹ ਆਵਾਜ਼ ਮੱਧਮ ਹੁੰਦੀ ਜਾਂਦੀ ਹੈ, ਤੁਸੀਂ ਬੋਲੇ ਹੋ ਜਾਂਦੇ ਹੋ। ਫਿਰ ਤੁਹਾਨੂੰ ਉਹ ਸੁਣਾਈ ਵੀ ਨਹੀਂ ਦਿੰਦੀ, ਫਿਰ ਵੀ ਉਹ ਆਵਾਜ਼ ਦੇਈ ਜਾਂਦਾ ਹੈ। ਤੁਸੀਂ ਅਜਿਹਾ ਪਾਪੀ ਨਹੀਂ ਲੱਭ ਸਕੋਗੇ ਜਿਸ ਦੇ ਅੰਦਰ ਆਵਾਜ਼ ਖੋ ਗਈ ਹੋਵੇ, ਹੁਕਮ ਗੁਆਚ ਗਿਆ ਹੋਵੇ। ਤੁਸੀਂ ਅਜਿਹਾ ਬੁਰਾ ਆਦਮੀ ਨਹੀਂ ਲੱਭ ਸਕੋਗੇ ਜਿਸ ਨੂੰ ਉਹ ਅਜੇ ਵੀ ਆਵਾਜ਼ ਨਾ ਦੇ ਰਿਹਾ ਹੋਵੇ। ਉਹ ਕਦੇ ਥੱਕਦਾ ਨਹੀਂ ਅਤੇ ਨਿਰਾਸ਼ ਨਹੀਂ ਹੁੰਦਾ। ਤੁਸੀਂ ਕਿੰਨਾ ਹੀ ਬੁਰਾ ਕਰੋ, ਪਰਮਾਤਮਾ ਤੁਹਾਡੇ ਤੋਂ ਨਿਰਾਸ਼ ਨਹੀਂ ਹੈ। ਹੋਰ ਉਹ ਤੁਹਾਨੂੰ ਕਦੇ ਵੀ ਇਸ ਹਾਲਤ ਵਿੱਚ ਨਹੀਂ ਮੰਨਦਾ ਕਿ ਹੁਣ ਕੁਝ ਵੀ ਨਹੀਂ ਹੋ ਸਕਦਾ। ਤੁਸੀਂ ਕਦੇ ਵੀ ਉਸ ਦੇ ਲਈ ਲਾਇਲਾਜ ਨਹੀਂ ਹੋ। ਤੁਹਾਡਾ ਰੋਗ ਕਿੰਨਾ ਹੀ ਵੱਧ ਜਾਏ, ਉਸ ਦਾ ਇਲਾਜ ਸੰਭਵ ਹੈ। ਪਰਮਾਤਮਾ ਦੀ ਅਨੰਤ ਆਸ਼ਾ, ਅਨੰਤ ਸੰਭਾਵਨਾ ਹੈ। ਉਹ ਤੁਹਾਡੇ ਤੋਂ ਨਿਰਾਸ਼ ਨਹੀਂ ਹੁੰਦਾ। ਅਜਿਹਾ ਹੋਇਆ, ਇੱਕ ਸੂਫੀ ਫਕੀਰ ਹੋਇਆ, ਬਾਇਜੀਦ। ਉਸ ਦੇ ਗੁਆਂਢ ਇੱਕ ਆਦਮੀ ਸੀ, ਜਿਹੜਾ ਬਹੁਤ ਬੁਰਾ ਆਦਮੀ ਸੀ, ਲੁਟੇਰਾ, ਚੋਰ, ਬੇਈਮਾਨ, ਦਗਾਬਾਜ਼, ਹੱਤਿਆਰਾ। ਸਭ ਤਰ੍ਹਾਂ ਦੇ ਪਾਪ ਉਸਨੇ ਕੀਤੇ ਸੀ। ਪੂਰਾ ਪਿੰਡ ਉਸ ਤੋਂ ਭੈ ਭੀਤ ਸੀ।
ਇੱਕ ਦਿਨ ਬਾਈ ਜੀਰ ਨੇ ਪ੍ਰਾਰਥਨਾ ਕੀਤੀ। ਪਰਮਾਤਮਾ ਨੂੰ ਕਿਹਾ, ਮੈਂ ਤੈਥੋਂ ਕਦੇ ਕੁਝ ਨਹੀਂ ਮੰਗਿਆ, ਲੇਕਿਨ ਇਹ ਆਦਮੀ ਹੁਣ ਬਹੁਤ ਜ਼ਿਆਦਾ ਉਪਦਰ ਕਰ ਰਿਹਾ ਹੈ, ਇਸ ਆਦਮੀ ਨੂੰ ਹਟਾ ਲੈ। ਤਾਂ ਬਾਈ ਜੀਰ ਨੇ ਆਪਣੇ ਅੰਦਰੋਂ ਆਵਾਜ਼ ਸੁਣੀ ਕਿ ਮੈਂ ਉਸ ਦੇ ਕੋਲੋਂ ਨਹੀਂ ਥੱਕਿਆ, ਤਾਂ ਤੂੰ ਉਸ ਤੋਂ ਕਿਉਂ ਥੱਕ ਗਿਆ ਏ? ਅਤੇ ਮੈਨੂੰ ਜਦ ਹੁਣ ਵੀ ਉਸ ਦੇ ਉੱਤੇ ਭਰੋਸਾ ਹੈ, ਤਾਂ ਤੂੰ ਵੀ ਭਰੋਸਾ ਰੱਖ। ਕਿੰਨੇ ਹੀ ਪਾਪ ਤੁਸੀਂ ਕੀਤੇ ਹੋਣ, ਕਿੰਨਿਆਂ ਹੀ ਜਨਮਾਂ ਤੱਕ ਪਰਮਾਤਮਾ ਨੂੰ ਤੁਸੀਂ ਥਕਾ ਨਹੀਂ ਸਕਦੇ, ਨਾ ਭੋਗ ਨਾਲ ਚੁਕਾ ਸਕਦੇ ਹੋ, ਨਾ ਪਾਪਾਂ ਨਾਲ ਥਕਾ ਸਕਦੇ ਹੋ। ਉਹ ਹੁਣ ਵੀ ਆਵਾਜ਼ ਦੇਈ ਜਾਂਦਾ ਹੈ, ਉਹ ਕਦੇ ਨਿਰਾਸ਼ ਨਹੀਂ ਹੁੰਦਾ। ਅਤੇ ਜੇਕਰ ਤੁਸੀਂ ਜ਼ਰਾ ਸ਼ਾਂਤ ਹੋ ਕੇ ਸੁਣੋ, ਉਸ ਦੀ ਮੱਧਮ ਆਵਾਜ਼ ਤੁਹਾਨੂੰ ਸੁਣਾਈ ਦੇਵੇਗੀ। ਅਤੇ ਜਦ ਵੀ ਤੁਸੀਂ ਕੁਝ ਕਰਦੇ ਹੋ, ਉਹ ਆਵਾਜ਼ ਤੁਹਾਨੂੰ ਰਾਹ ਦੱਸਦੀ ਹੈ। ਨਾਨਕ ਕਹਿੰਦੇ ਹਨ, ਉਹ ਹੁਕਮੀ ਹੁਕਮ ਨਾਲ ਮਾਰਗਦਰਸ਼ਨ ਕਰਦਾ ਹੈ। ਇਸ ਲਈ ਤਾਂ ਉਹ ਉਸ ਨੂੰ ਹੁਕਮੀ ਹੁਕਮ ਕਹਿ ਰਹੇ ਹਨ, ਕਿਉਂਕਿ ਉਸ ਦਾ ਹੁਕਮ ਆਉਂਦਾ ਹੈ ਤੁਹਾਡੇ ਹਿਰਦੇ ਵਿੱਚ ਦੱਬਿਆ ਹੋਇਆ। ਜਿਹੜਾ ਅੰਤਕਰਣ ਹੈ, ਉਹ ਉਸ ਦੀ ਆਵਾਜ਼ ਦਾ ਯੰਤਰ ਹੈ, ਉੱਥੋਂ ਉਹ ਬੋਲਦਾ ਹੈ। ਕੁਝ ਵੀ ਕਰਨ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਪਹਿਲਾਂ ਉਸ ਦੀ ਆਵਾਜ਼ ਸੁਣ ਲੈਣਾ। ਜੇਕਰ ਤੁਸੀਂ ਉਸ ਦੀ ਆਵਾਜ਼ ਦੇ ਅਨੁਸਾਰ ਚੱਲੇ, ਤਾਂ ਤੁਹਾਡੇ ਜੀਵਨ ਵਿੱਚ ਆਨੰਦ ਦੀ ਅਪਰੰਪਾਰ ਵਰਖਾ ਹੋਏਗੀ। ਜੇ ਤੁਸੀਂ ਉਸ ਦੇ ਉਲਟ ਚੱਲੇ, ਤਾਂ ਤੁਸੀਂ ਨਰਕ ਆਪਣੇ ਹੱਥੀਂ ਉਸਾਰ ਲਵੋਗੇ। ਜੇਕਰ ਤੁਸੀਂ ਆਵਾਜ਼ ਨਾ ਸੁਣੀ, ਤਾਂ ਤੁਸੀਂ ਪਿੱਠ ਕਰ ਲਈ, ਤੁਸੀਂ ਵੱਡਾ ਖਤਰਨਾਕ ਕਦਮ ਚੁੱਕ ਰਹੇ ਹੋ। ਕੁਝ ਵੀ ਕਰਨ ਤੋਂ ਪਹਿਲਾਂ ਅਤੇ ਕੁਝ ਵੀ ਨਿਰਣਾ ਲੈਣ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਉਸ ਦੇ ਕੋਲੋਂ ਪੁੱਛ ਲੈਣਾ। ਇਹ ਹੀ ਤਾਂ ਸਾਰੇ ਧਿਆਨ ਦਾ ਸੂਤਰ ਹੈ ਕਿ ਪਹਿਲਾਂ ਅਸੀਂ ਪੁੱਛਾਂਗੇ, ਪਹਿਲਾਂ ਅਸੀਂ ਹੁਕਮ ਲਵਾਂਗੇ, ਫਿਰ ਅਸੀਂ ਚੱਲਾਂਗੇ। ਇੱਕ ਵੀ ਕਦਮ ਅਸੀਂ ਬਿਨਾਂ ਹੁਕਮ ਤੋਂ ਨਹੀਂ ਪੁੱਟਾਂਗੇ। ਅੱਖਾਂ ਬੰਦ ਕਰਕੇ ਉਸ ਦੀ ਆਵਾਜ਼ ਪਹਿਲਾਂ ਸੁਣ ਲਵਾਂਗੇ। ਅਸੀਂ ਆਪਣੀ ਆਵਾਜ਼ ਨਾਲ ਨਹੀਂ ਤੁਰਾਂਗੇ, ਉਸ ਦੀ ਆਵਾਜ਼ ਨਾਲ ਤੁਰਾਂਗੇ। ਹੋਰ ਇੱਕ ਵਾਰ ਤੁਹਾਨੂੰ ਇਹ ਕੁੰਜੀ ਮਿਲ ਜਾਏ, ਤਾਂ ਇਹ ਕੁੰਜੀ ਅਨੰਤ ਦੁਆਰ ਖੋਲ੍ਹ ਦਿੰਦੀ ਹੈ। ਅਤੇ ਇਹ ਕੁੰਜੀ ਤੁਹਾਡੇ ਅੰਦਰ ਹੈ। ਹਰ ਬੱਚਾ ਲੈ ਕੇ ਆਉਂਦਾ ਹੈ, ਪਰ ਬੁੱਧੀ ਦਾ ਅਸੀਂ ਵਿਕਾਸ ਕਰਵਾਉਂਦੇ ਹਾਂ, ਅੰਤਕਰਣ ਦਾ ਕੋਈ ਵਿਕਾਸ ਨਹੀਂ। ਕਾਂਸ਼ੀਅਸ ਅੰਤਕਰਣ ਅਧੂਰਾ ਰਹਿ ਜਾਂਦਾ ਹੈ, ਅਵਿਕਸਿਤ ਰਹਿ ਜਾਂਦਾ ਹੈ। ਅਤੇ ਉਸ ਦੇ ਉੱਪਰ ਅਸੀਂ ਬੁੱਧੀ ਦੇ ਇੰਨੇ ਵਿਚਾਰ ਥੋਪ ਦਿੰਦੇ ਹਾਂ, ਇੰਨੀ ਮੋਟੀ ਪਰਤ ਚੜ੍ਹਾ ਦਿੰਦੇ ਹਾਂ ਕਿ ਆਵਾਜ਼ ਗੂੰਜਦੀ ਵੀ ਰਹੇ ਤਾਂ ਵੀ ਸਾਨੂੰ ਪਤਾ ਨਹੀਂ ਲੱਗਦਾ। ਅੰਦਰ ਦੀ ਇਸ ਆਵਾਜ਼ ਨੂੰ ਸੁਣਨ ਦੀ ਕਲਾ ਹੀ ਧਿਆਨ ਹੈ। ਉਸ ਦੇ ਹੁਕਮ ਦਾ ਪਤਾ ਲਾਉਣਾ ਜ਼ਰੂਰੀ ਹੈ। ਉਹ ਕੀ ਚਾਹੁੰਦਾ ਹੈ, ਉਸ ਦੀ ਕੀ ਮਰਜ਼ੀ ਹੈ। ਉਹ ਹੁਕਮੀ ਹੁਕਮ ਨਾਲ ਮਾਰਗਦਰਸ਼ਨ ਕਰਦਾ ਹੈ। ਅਤੇ ਨਾਨਕ ਕਹਿੰਦੇ ਹਨ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਬੇਪਰਵਾਹੋ। ਨਾਨਕ ਕਹਿੰਦੇ ਹਨ, ਉਹ ਬੇਪਰਵਾਹ ਹੈ ਅਤੇ ਆਨੰਦਿਤ ਹੈ। ਇੱਕ ਤਾਂ ਪਰਵਾਹ ਦਾ ਅਰਥ ਹੁੰਦਾ ਹੈ ਚਿੰਤਾ। ਉਹ ਤੁਹਾਨੂੰ ਦੇਈ ਜਾਂਦਾ ਹੈ ਅਤੇ ਦੇ ਕੇ ਵੀ ਕੋਈ ਉਮੀਦ ਨਹੀਂ ਕਰਦਾ, ਕੋਈ ਜਵਾਬ ਨਹੀਂ ਚਾਹੁੰਦਾ, ਆਵਾਜ਼ ਦੇਈ ਜਾਂਦਾ ਹੈ। ਤੁਸੀਂ ਸੁਣੋ ਜਾਂ ਨਾ ਸੁਣੋ, ਦੇਈ ਜਾਂਦਾ ਹੈ। ਪਰਵਾਹ ਨਹੀਂ ਕਰਦਾ ਇਸ ਗੱਲ ਦੀ ਕਿ ਤੁਸੀਂ ਨਹੀਂ ਸੁਣ ਰਹੇ ਹੋ, ਬੰਦ ਕਰੋ, ਬਹੁਤ ਹੋ ਗਿਆ, ਇਸ ਆਦਮੀ ਨੂੰ ਹਟਾ ਲਓ। ਪਰਮਾਤਮਾ ਨੂੰ ਤੁਸੀਂ ਚਿੰਤਾ ਵਿੱਚ ਨਹੀਂ ਪਾ ਸਕਦੇ।
ਇਸ ਲਈ ਜਿਸ ਮਨੁੱਖ ਨੂੰ ਪਰਮਾਤਮਾ ਦੀ ਪ੍ਰਤੀਤੀ ਹੋਣ ਲੱਗਦੀ ਹੈ, ਤੁਸੀਂ ਉਸ ਨੂੰ ਵੀ ਚਿੰਤਾ ਵਿੱਚ ਨਹੀਂ ਪਾ ਸਕਦੇ। He will be both simultaneously concerned and unconcerned। ਉਹ ਤੁਹਾਡੀ ਪਰਵਾਹ ਵੀ ਕਰੇਗਾ ਅਤੇ ਬੇਪਰਵਾਹ ਵੀ ਹੋਏਗਾ। ਤੁਸੀਂ ਉਸ ਨੂੰ ਚਿੰਤਾ ਵਿੱਚ ਨਹੀਂ ਪਾ ਸਕਦੇ। ਇੱਧਰ ਮੈਂ ਹਾਂ, ਪਤਾ ਨਹੀਂ ਕਿੰਨਿਆਂ ਲੋਕਾਂ ਦੀ ਪਰਵਾਹ ਕਰਦਾ ਹਾਂ, ਫਿਰ ਵੀ ਬੇਪਰਵਾਹ ਹਾਂ। ਤੁਸੀਂ ਆਉਂਦੇ ਹੋ ਆਪਣਾ ਦੁੱਖ ਲੈ ਕੇ, ਮੈਂ ਪੂਰੀ ਪਰਵਾਹ ਕਰਦਾ ਹਾਂ, ਲੇਕਿਨ ਉਸ ਦੇ ਨਾਲ ਤੁਸੀਂ ਮੈਨੂੰ ਚਿੰਤਿਤ ਨਹੀਂ ਕਰ ਦਿੰਦੇ। ਤੁਹਾਡੇ ਦੁੱਖ ਨਾਲ ਮੈਂ ਦੁਖੀ ਨਹੀਂ ਹੋ ਜਾਂਦਾ, ਕਿਉਂਕਿ ਜੇਕਰ ਤੁਹਾਡੇ ਦੁੱਖ ਨਾਲ ਮੈਂ ਦੁਖੀ ਹੋ ਜਾਵਾਂ ਤਾਂ ਫਿਰ ਮੈਂ ਤੁਹਾਡਾ ਸਾਥ ਹੀ ਨਹੀਂ ਦੇ ਸਕਾਂਗਾ। ਜ਼ਰੂਰੀ ਹੈ ਕਿ ਮੈਂ ਤੁਹਾਡੇ ਦੁੱਖ ਨੂੰ ਹਮਦਰਦੀ ਨਾਲ ਸਮਝਾਂ, ਤੁਹਾਡੇ ਦੁੱਖ ਵਾਸਤੇ ਉਪਾਅ ਕਰਾਂ, ਉਪਾਅ ਸੋਚਾਂ, ਲੇਕਿਨ ਪਰਵਾਹ ਮੈਨੂੰ ਪੈਦਾ ਨਾ ਹੋਵੇ। ਤੁਹਾਡੀ ਚਿੰਤਾ ਮੈਨੂੰ ਨਾ ਫੜੇ ਅਤੇ ਇਹ ਵੀ ਜ਼ਰੂਰੀ ਹੈ ਕਿ ਕੱਲ੍ਹ ਜੋ ਮੈਂ ਤੁਹਾਨੂੰ ਦੱਸਿਆ ਹੈ ਉਹ ਨਾ ਕਰਕੇ ਆਓ, ਤਾਂ ਮੇਰੇ ਵਿੱਚ ਨਾਰਾਜ਼ਗੀ ਨਾ ਆਵੇ ਕਿ ਮੈਂ ਇੰਨੀ ਪਰਵਾਹ ਕੀਤੀ ਅਤੇ ਤੁਸੀਂ ਨਹੀਂ ਕੀਤਾ। ਤੁਸੀਂ ਜਦ ਆਓ ਕੱਲ੍ਹ ਬਿਨਾਂ ਕੀਤੇ ਅਤੇ ਆਓਗੇ ਹੀ ਬਿਨਾਂ ਕੀਤੇ, ਤਾਂ ਫਿਰ ਤੁਹਾਡੀ ਪਰਵਾਹ ਕਰਾਂ, ਲੇਕਿਨ ਮੈਂ ਬੇਪਰਵਾਹ ਰਹਾਂ। ਪਰਮਾਤਮਾ ਨੂੰ ਸਾਰੇ ਸੰਸਾਰ ਦੀ ਪਰਵਾਹ ਹੈ ਅਤੇ ਬੇਪਰਵਾਹ ਹੈ। ਉਹ ਸਦਾ ਰਾਜ਼ੀ ਹੈ ਤੁਹਾਨੂੰ ਉਠਾਉਣ ਲਈ, ਲੇਕਿਨ ਕਿਸੇ ਕਾਹਲੀ ਵਿੱਚ ਨਹੀਂ ਹੈ। ਅਤੇ ਤੁਸੀਂ ਜੇਕਰ ਸੋਚਦੇ ਹੋ ਕੁਝ ਦੇਰ ਭਟਕਣ ਦਾ ਮਜ਼ਾ ਲੈਣਾ ਹੈ, ਤਾਂ ਉਹ ਬੇਪਰਵਾਹ ਹੈ। ਉਸ ਦੀ ਪਰਵਾਹ ਦਾ ਅੰਤ ਨਹੀਂ ਹੈ, ਲੇਕਿਨ ਉਸ ਦੀ ਪਰਵਾਹ ਬੇਲਾਗ ਹੈ। ਇਸ ਲਈ ਤਾਂ ਉਹ ਆਨੰਦ ਵਿੱਚ ਹੈ, ਨਹੀਂ ਤਾਂ ਉਹ ਹੁਣ ਤੱਕ ਕਿਹੜੀ ਹਾਲਤ ਵਿੱਚ ਹੋ ਜਾਂਦਾ, ਪਾਗਲ ਹੋ ਜਾਂਦਾ। ਤੁਸੀਂ ਸੋਚੋ, ਤੁਹਾਡੇ ਵਰਗੇ ਕਿੰਨੇ ਲੋਕੀ, ਕਿੰਨੇ ਤਰ੍ਹਾਂ ਦੇ ਉਪੱਦਰ, ਅਤੇ ਪਰਮਾਤਮਾ ਇੱਕ ਅਤੇ ਤੁਸੀਂ ਅਨੇਕ। ਤੁਸੀਂ ਉਸ ਨੂੰ ਕਦੋਂ ਦਾ ਪਾਗਲ ਕਰ ਦਿੱਤਾ ਹੁੰਦਾ। ਅਸਤਿਤਵ ਬੇਪਰਵਾਹ ਹੋਵੇ ਤਾਂ ਹੀ ਪਾਗਲ ਹੋਣ ਤੋਂ ਬਚ ਸਕਦਾ ਹੈ, ਲੇਕਿਨ ਬੇਪਰਵਾਹ ਦਾ ਅਰਥ ਇਨਡਿਫਰੈਨਮ ਨਹੀਂ ਹੈ, ਬੇਪਰਵਾਹੀ ਨਹੀਂ ਹੈ। ਇਹ ਬਹੁਤ ਬਰੀਕ ਹੈ। ਤੁਹਾਡੇ ਲਈ ਪੂਰੀ ਦੀ ਪੂਰੀ ਕੋਸ਼ਿਸ਼ ਹੈ ਤੁਹਾਨੂੰ ਬਦਲਣ ਦੀ, ਰੂਪਾਂਤਰਿਤ ਕਰਨ ਦੀ ਅਤੇ ਉਠਾਉਣ ਦਾ ਪੂਰਾ ਭਾਵ ਹੈ, ਪਰ ਭਾਵ ਜ਼ਬਰਦਸਤੀ ਤੋਂ ਬਿਨਾਂ ਹੈ। ਉਹ ਜ਼ਬਰਦਸਤੀ ਨਹੀਂ ਕਰੇਗਾ, ਉਹ ਇੰਤਜ਼ਾਮ ਕਰੇਗਾ। ਇਵੇਂ ਹੀ ਜਿਵੇਂ ਸੂਰਜ ਤੁਹਾਡੇ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ, ਕਿਰਨਾਂ ਤੁਹਾਡੇ ਦਰਵਾਜ਼ੇ 'ਤੇ ਦਸਤਕ ਦੇ ਰਹੀਆਂ ਹਨ ਅਤੇ ਤੁਸੀਂ ਦਰਵਾਜ਼ਾ ਬੰਦ ਕਰਕੇ ਅੰਦਰ ਬੈਠੇ ਹੋ, ਤਾਂ ਸੂਰਜ ਜ਼ਬਰਦਸਤੀ ਨਹੀਂ ਵੜੇਗਾ, ਰੁਕੇਗਾ। ਅਤੇ ਇਵੇਂ ਵੀ ਨਹੀਂ ਕਿ ਨਾਰਾਜ਼ ਹੋ ਕੇ ਮੁੜ ਜਾਏ, ਇਸ ਆਦਮੀ ਦਾ ਦਰਵਾਜ਼ਾ ਬੰਦ ਹੈ, ਚਲੋ ਹੁਣ ਕਦੇ ਇੱਥੇ ਨਹੀਂ ਆਵਾਂਗਾ, ਰੁਕੇਗਾ। ਤੁਸੀਂ ਜਦ ਦਰਵਾਜ਼ਾ ਖੋਲ੍ਹੋਗੇ ਅੰਦਰ ਆ ਜਾਏਗਾ। ਪਰਮਾਤਮਾ ਤੁਹਾਡੇ ਲਈ ਚਿੰਤਿਤ ਹੈ, ਕੁਦਰਤ ਤੁਹਾਡੇ ਲਈ ਚਿੰਤਿਤ ਹੈ, ਹੋਵੇਗੀ ਹੀ, ਕਿਉਂਕਿ ਕੁਦਰਤ ਤੁਹਾਨੂੰ ਜਨਮ ਦਿੰਦੀ ਹੈ, ਕੁਦਰਤ ਤੁਹਾਨੂੰ ਵਿਕਸਿਤ ਕਰਦੀ ਹੈ। ਕੁਦਰਤ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ, ਕੁਦਰਤ ਦੀਆਂ ਤੁਹਾਡੇ ਪ੍ਰਤੀ ਬਹੁਤ ਉਮੀਦਾਂ ਹਨ। ਕੁਦਰਤ ਤੁਹਾਡੇ ਅੰਦਰੋਂ ਚੇਤਨ ਹੋਣ ਦੀ ਕੋਸ਼ਿਸ਼ ਕਰ ਰਹੀ ਹੈ, ਕੁਦਰਤ ਤੁਹਾਡੇ ਅੰਦਰੋਂ ਬੁੱਧਤਵ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰਮਾਤਮਾ ਤੁਹਾਡੇ ਅੰਦਰ ਕੁਝ ਫੁੱਲ ਉਗਾਉਣ ਦੇ ਯਤਨ ਵਿੱਚ ਲੱਗਿਆ ਹੈ, ਪਰ ਜੇਕਰ ਤੁਸੀਂ ਦੇਰੀ ਕਰ ਰਹੇ ਹੋ ਤਾਂ
ਉਸ ਦੇ ਨਾਲ ਉਹ ਚਿੰਤਿਤ ਨਹੀਂ ਹੋਏਗਾ, ਪਰੇਸ਼ਾਨ ਨਹੀਂ ਹੋਏਗਾ, ਉਹ ਬੇਲਾਗ ਰਹੇਗਾ। ਤੁਸੀਂ ਉਸ ਦੀ ਨਾ ਸੁਣੋਗੇ, ਨਾ ਸੁਣੋਗੇ, ਨਾ ਸੁਣੋਗੇ, ਭਟਕੋਗੇ, ਹੋਰ ਸਭ ਕਰੋਗੇ ਸਿਵਾਏ ਉਸ ਦੀ ਸੁਣਨ ਤੋਂ। ਉਹ ਉਸ ਤੋਂ ਪੀੜਤ ਅਤੇ ਪਰੇਸ਼ਾਨ ਨਹੀਂ ਹੋਏਗਾ। ਜੇਕਰ ਤੁਸੀਂ ਦੋਵੇਂ ਗੱਲਾਂ ਇਕੱਠੀਆਂ ਸਮਝ ਸਕੋ ਤਦ ਤੁਸੀਂ ਸਮਝ ਸਕਦੇ ਹੋ ਕਿ ਕੁਦਰਤ ਆਨੰਦ ਨਾਲ ਭਰੀ ਹੈ, ਪਰਮਾਤਮਾ ਆਨੰਦ ਹੈ। ਨਾਨਕ ਕਹਿੰਦੇ ਹਨ, ਹੁਕਮੀ ਹੁਕਮ ਚਲਾਏ ਰਾਹੋ, ਦਿੰਦਾ ਹੈ ਹੁਕਮ ਰਾਹ ਦੱਸਦਾ ਹੈ, ਫਿਰ ਵੀ ਨਾਨਕ ਵਿਗਸੈ ਬੇਪਰਵਾਹ, ਪਰ ਫਿਰ ਵੀ ਬੇਪਰਵਾਹ ਹੈ ਅਤੇ ਪਰਮ ਆਨੰਦ ਵਿੱਚ ਫਲਦਾ ਫੁੱਲਦਾ ਰਹਿੰਦਾ ਹੈ, ਉਸ ਦਾ ਫੁੱਲ ਖਿੜਿਆ ਰਹਿੰਦਾ ਹੈ। ਸਾਡੇ ਲਈ ਔਖਾ ਹੈ ਕਿਉਂਕਿ ਦੋ ਗੱਲਾਂ ਸਾਨੂੰ ਸੌਖੀਆਂ ਦਿਸਦੀਆਂ ਹਨ। ਜਾਂ ਤਾਂ ਅਸੀਂ ਪਰਵਾਹ ਕਰਦੇ ਹਾਂ ਤਾਂ ਚਿੰਤਾ ਪੈਦਾ ਹੁੰਦੀ ਹੈ, ਜੇ ਪਰਵਾਹ ਛੱਡ ਦਈਏ ਤਾਂ ਚਿੰਤਾ ਛੁੱਟ ਜਾਂਦੀ ਹੈ। ਇਸ ਲਈ ਤਾਂ ਅਸੀਂ ਸੰਸਾਰ ਅਤੇ ਸੰਨਿਆਸ ਨੂੰ ਵੱਖਰਾ ਵੱਖਰਾ ਕਰ ਲਿਆ ਹੈ, ਕਿਉਂਕਿ ਜੇਕਰ ਘਰ ਵਿੱਚ ਰਹੋਗੇ, ਪਰਵਾਹ ਕਰੋਗੇ ਤਾਂ ਪਰਵਾਹ ਕਰਦੇ ਹੋਏ ਬੇਪਰਵਾਹ ਕਿਵੇਂ ਹੋਵੋਗੇ। ਪਤਨੀ ਦੀ ਫਿਕਰ ਹੋਏਗੀ, ਬਿਮਾਰ ਹੋਏਗੀ ਤਾਂ ਚਿੰਤਾ ਫੜੇਗੀ, ਰਾਤੀ ਸੌਂ ਨਾ ਸਕੋਗੇ। ਬੱਚਾ ਰੋਗੀ ਹੋਏਗਾ ਤਾਂ ਫਿਕਰ ਹੋਏਗੀ, ਚਿੰਤਾ ਫੜੇਗੀ, ਇਲਾਜ ਕਰਨਾ ਪਏਗਾ ਅਤੇ ਨਹੀਂ ਠੀਕ ਹੋਇਆ ਤਾਂ ਪੀੜਾ ਹੋਏਗੀ, ਤਾਂ ਅਸੀਂ ਭੱਜ ਜਾਂਦੇ ਹਾਂ। ਨਾ ਵਿਖਾਈ ਪੈਣਗੇ ਤਾਂ ਪਤਨੀ ਬੱਚੇ ਭੁੱਲ ਜਾਣਗੇ। ਜਿਹੜਾ ਅੱਖਾਂ ਤੋਂ ਓਹਲੇ ਹੋਇਆ ਉਹ ਚਿੱਤ ਤੋਂ ਵੀ ਭੁੱਲ ਜਾਂਦਾ ਹੈ, ਤਾਂ ਪਹਾੜਾਂ 'ਤੇ ਭੱਜ ਜਾਂਦੇ ਹਨ, ਪਿੱਠ ਕਰ ਲੈਂਦੇ ਹਨ। ਹੌਲੀ ਹੌਲੀ ਵਿਸਮ੍ਰਿਤੀ ਭੁੱਲ ਜਾਣਾ ਹੋ ਜਾਏਗੀ। ਦੋ ਗੱਲਾਂ ਸਾਨੂੰ ਵਿਖਾਈ ਦਿੰਦੀਆਂ ਹਨ। ਜੇਕਰ ਅਸੀਂ ਸੰਸਾਰ ਵਿੱਚ ਰਹਾਂਗੇ ਤਾਂ ਪਰਵਾਹ ਕਰਾਂਗੇ, ਪਰਵਾਹ ਕਰਾਂਗੇ ਤਾਂ ਚਿੰਤਾ ਹੋਏਗੀ, ਚਿੰਤਾ ਵਿੱਚ ਆਨੰਦ ਦਾ ਕੋਈ ਉਪਾਅ ਨਹੀਂ, ਤਾਂ ਫਿਰ ਅਸੀਂ ਇਵੇਂ ਕਰਾਂਗੇ, ਬੇਪਰਵਾਹ ਹੋ ਜਾਵਾਂਗੇ, ਛੱਡ ਕੇ ਭੱਜ ਜਾਵਾਂਗੇ। ਉੱਥੇ ਚਿੰਤਾ ਨਹੀਂ ਹੋਏਗੀ ਤਾਂ ਆਨੰਦ ਦੀ ਸੰਭਾਵਨਾ ਵਧੇਗੀ। ਲੇਕਿਨ ਇਹ ਪਰਮਾਤਮਾ ਦਾ ਰਾਹ ਨਹੀਂ। ਇਸ ਲਈ ਨਾਨਕ ਗ੍ਰਹਿਸਥ ਬਣੇ ਰਹੇ ਅਤੇ ਸੰਨਿਆਸੀ ਵੀ, ਫਿਕਰ ਵੀ ਕਰਦੇ ਰਹੇ ਅਤੇ ਬੇਫਿਕਰੀ ਵੀ। ਅਤੇ ਇਹੀ ਕਲਾ ਹੈ, ਇਹੀ ਸਾਧਨਾ ਹੈ ਕਿ ਤੁਸੀਂ ਚਿੰਤਾ ਵੀ ਪੂਰੀ ਲੈਂਦੇ ਹੋ ਅਤੇ ਨਿਸ਼ਚਿਤ ਬਣੇ ਰਹਿੰਦੇ ਹੋ। ਬਾਹਰ ਬਾਹਰ ਸਭ ਕੁਝ ਕਰਦੇ ਹੋ, ਅੰਦਰ ਅੰਦਰ ਕੁਝ ਨਹੀਂ ਛੂੰਹਦਾ। ਪੁੱਤਰ ਦੀ ਫਿਕਰ ਲੈਂਦੇ ਹੋ, ਪੜ੍ਹਾਉਂਦੇ ਹੋ, ਵਿਗੜ ਜਾਏ ਤਾਂ, ਨਾ ਪੜ੍ਹ ਸਕੇ ਤਾਂ, ਹਾਰ ਜਾਏ ਤਾਂ ਇਸ ਦੇ ਨਾਲ ਚਿੰਤਾ ਪੈਦਾ ਨਹੀਂ ਹੁੰਦੀ। ਜਦ ਤੱਕ ਤੁਸੀਂ ਦੋਹਾਂ ਨੂੰ ਜੋੜ ਨਾ ਦਿਓ, ਸੰਸਾਰ ਵਿੱਚ ਰਹਿੰਦੇ ਹੋਏ ਸੰਨਿਆਸਤ ਨਾ ਹੋ ਜਾਓ, ਤਦ ਤੱਕ ਤੁਸੀਂ ਪਰਮਾਤਮਾ ਤੱਕ ਨਹੀਂ ਪਹੁੰਚ ਸਕੋਗੇ। ਕਿਉਂਕਿ ਪਰਮਾਤਮਾ ਦਾ ਢੰਗ ਇਹੀ ਹੈ, ਉਹ ਸੰਸਾਰ ਵਿੱਚ ਲੁਕਿਆ ਹੋਇਆ ਹੈ ਅਤੇ ਸੰਨਿਆਸਤ ਹੈ। ਜਿਹੜਾ ਉਸ ਦਾ ਢੰਗ ਹੈ, ਛੋਟੀ ਮਾਤਰਾ ਵਿੱਚ ਉਹੀ ਢੰਗ ਤੁਹਾਡਾ ਚਾਹੀਦਾ ਹੈ, ਤਦ ਹੀ ਤੁਸੀਂ ਉਸ ਤੱਕ ਪੁੱਜ ਸਕੋਗੇ। ਬੱਚਾ ਬਿਮਾਰ ਹੈ ਤਾਂ ਦਵਾਈ ਦਿਓ, ਪੂਰੀ ਚਿੰਤਾ ਲਓ, ਲੇਕਿਨ ਚਿੰਤਿਤ ਹੋਣ ਦੀ ਕੀ ਜ਼ਰੂਰਤ ਹੈ। ਪੂਰੀ ਫਿਕਰ ਕਰੋ, ਪਰਵਾਹ ਪੂਰੀ ਕਰੋ, ਲੇਕਿਨ ਇਸ ਦੇ ਨਾਲ ਅੰਦਰ ਦੀ ਬੇਪਰਵਾਹੀ ਨੂੰ ਮਿਟਾਉਣ ਦਾ ਕੀ ਕਾਰਨ ਹੈ। ਬਾਹਰ ਬਾਹਰ ਸੰਸਾਰ ਵਿੱਚ, ਅੰਦਰ ਅੰਦਰ ਪਰਮਾਤਮਾ ਵਿੱਚ ਪਰਿਧੀ ਪ੍ਰਭਾ ਮੰਡਲ ਛੂਹੰਦੀ ਰਹੇ, ਸੰਸਾਰ ਨੂੰ ਕੇਂਦਰ ਬਣਿਆ ਰਹੇ ਅਛੂਤਾ, ਇਹੀ ਸਾਰ ਹੈ। ਇਸ ਲਈ ਨਾਨਕ ਤੋਂ ਲੋਕ ਬਹੁਤ ਪਰੇਸ਼ਾਨ ਸੀ, ਕਿਉਂਕਿ ਉਹ ਤਾਂ ਸੀ ਗ੍ਰਹਿਸਥ ਅਤੇ ਕੱਪੜੇ ਲੱਤੇ ਪਾ ਲਏ ਸਨ ਸੰਨਿਆਸੀਆਂ ਵਰਗੇ। ਲੋਕ ਸਮਝ ਹੀ ਨਹੀਂ ਸਕਦੇ ਸਨ ਕਿ ਮਾਮਲਾ ਕੀ ਹੈ। ਹਿੰਦੂ ਪੁੱਛਦੇ, ਤੁਸੀਂ ਗ੍ਰਹਿਸਥ ਹੋ ਕਿ ਸੰਨਿਆਸੀ?
ਤੁਸੀਂ ਗੱਲਾਂ ਸੰਨਿਆਸੀਆਂ ਵਾਂਗੂ ਕਰਦੇ ਹੋ। ਤੁਹਾਡਾ ਰੰਗ ਢੰਗ ਸੰਨਿਆਸੀ ਵਾਲਾ ਹੈ। ਫਿਰ ਘਰ ਬੱਚੇ ਪਤਨੀ ਹੈ। ਤੁਸੀਂ ਮੁੜ ਕੇ ਘਰ ਵੀ ਪਰਤ ਜਾਂਦੇ ਹੋ। ਬੱਚਾ ਵੀ ਹੋਇਆ ਹੈ। ਪਿੰਡ ਮੁੜ ਕੇ ਤੁਸੀਂ ਖੇਤੀਬਾੜੀ ਵੀ ਕਰਦੇ ਹੋ। ਤੁਸੀਂ ਕਿਸ ਤਰ੍ਹਾਂ ਦੇ ਸੰਨਿਆਸੀ ਹੋ? ਚੇਤੇ ਰਹੇ। ਉਹੀ ਉਹਨਾਂ ਤੋਂ ਮੁਸਲਮਾਨ ਪੁੱਛਦੇ ਕਿ ਤੁਹਾਡਾ ਭੇਸ ਤਾਂ ਫਕੀਰੀ ਦਾ ਹੈ, ਫਿਰ ਤੁਸੀਂ ਘਰ ਗ੍ਰਹਿਸਥ ਛੱਡ ਕਿਉਂ ਨਹੀਂ ਦਿੱਤੀ? ਅਨੇਕ ਥਾਵਾਂ 'ਤੇ ਅਨੇਕ ਗੁਰੂਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਭ ਕੁਝ ਛੱਡ ਕੇ ਸਾਡੇ ਚੇਲੇ ਬਣ ਜਾਓ। ਛੱਡ ਦਿਓ ਸਾਰਾ ਕੁਝ। ਲੇਕਿਨ ਨਾਨਕ ਨੂੰ ਉਸ ਮਾਮਲੇ ਵਿੱਚ ਕਦੇ ਵੀ ਫਰਕ ਨਹੀਂ ਪਿਆ। ਉਹ ਸਾਰਿਆਂ ਦੇ ਵਿਚਕਾਰ ਰਹਿੰਦੇ ਹੋਏ ਸਾਰਿਆਂ ਤੋਂ ਬਾਹਰ ਰਹਿਣ ਦੀ ਕਲਾ ਹੀ ਸਾਧਦੇ ਰਹੇ ਅਤੇ ਉਹੀ ਪਰਮਾਤਮਾ ਦਾ ਢੰਗ ਹੈ। ਉਹੀ ਸਾਧਕ ਦਾ ਢੰਗ ਹੋਣਾ ਚਾਹੀਦਾ ਹੈ। ਮੇਰੇ ਕੋਲ ਲੋਕ ਆਉਂਦੇ ਹਨ। ਉਹ ਕਹਿੰਦੇ ਹਨ ਕਿ ਤੁਸੀਂ ਕੀ ਕਰ ਰਹੇ ਹੋ? ਗ੍ਰਹਿਸਥੀਆਂ ਨੂੰ ਸੰਨਿਆਸੀਆਂ ਦੇ ਕੱਪੜੇ ਪੁਆ ਰਹੇ ਹੋ। ਪਰਮਾਤਮਾ ਦਾ ਢੰਗ ਇਹੀ ਹੈ। ਉਹ ਇਸ ਸੰਸਾਰ ਵਿੱਚ ਹੈ ਅਤੇ ਨਹੀਂ, ਅਤੇ ਇਹੀ ਹੁਕਮੀ ਹੁਕਮ ਚਲਾਏ ਰਾਹੋ। ਨਾਨਕ ਵਿਗਸੈ ਵੇ ਪ੍ਰਵਾਹੋ। ਵਿਕਾਸ ਕਰ ਰਿਹਾ ਹੈ, ਆਨੰਦਿਤ ਹੋ ਰਿਹਾ ਹੈ, ਪ੍ਰਫੁੱਲਤ ਹੋ ਰਿਹਾ ਹੈ, ਫੁੱਲ ਦੇ ਵਾਂਗ ਖਿੜ ਰਿਹਾ ਹੈ। ਫਿਰ ਵੀ ਕੋਈ ਪਰਵਾਹ ਨਹੀਂ। ਫਿਕਰ ਕਰਦਾ ਹੈ ਤੁਹਾਡੀ, ਪਰ ਚਿੰਤਿਤ ਨਹੀਂ ਹੈ। ਇਸ ਦੀ ਤੁਸੀਂ ਥੋੜ੍ਹੀ ਵਰਤੋਂ ਕਰੋਗੇ ਤਾਂ ਸਮਝ ਵਿੱਚ ਆ ਸਕੇਗਾ। ਇਸ ਨੂੰ ਥੋੜ੍ਹਾ ਜੀਵਨ ਵਿੱਚ ਵਰਤੋ। ਦੁਕਾਨ ਜਾਓ, ਕੰਮ ਕਰੋ, ਪਰ ਦੂਰ ਵੀ ਬਣੇ ਰਹੋ। ਤੁਹਾਡਾ ਕੰਮ ਅਤੇ ਤੁਹਾਡੇ ਹੋਣ ਵਿੱਚ ਇੱਕ ਫਾਸਲਾ ਬਣਿਆ ਰਹੇ। ਕੰਮ ਅਭਿਨੈ ਐਕਟਿੰਗ ਹੋ ਜਾਏ, ਨਾਟਕ ਹੋ ਜਾਏ, ਲੀਲਾ ਹੋ ਜਾਏ, ਤੁਸੀਂ ਕਰਤਾ ਨਾ ਰਹੋ। ਬਸ ਸੂਤਰ ਸੱਧ ਗਿਆ। ਤੁਸੀਂ ਅਭਿਨੇਤਾ ਹੋ ਜਾਓ। ਅਭਿਨੈ ਦੀ ਕਲਾ ਤੁਹਾਡੇ ਜੀਵਨ ਦਾ ਪੂਰਾ ਸਾਰ ਬਣ ਜਾਏ, ਕਿਉਂਕਿ ਉਹੀ ਪਰਮਾਤਮਾ ਦੇ ਹੋਣ ਦਾ ਢੰਗ ਹੈ। ਉਹੀ ਤੁਹਾਡਾ ਸਾਧਨਾ ਪਥ ਹੋਏਗਾ। ਧੰਨਵਾਦ। ਉਮੀਦ ਹੈ ਕਿ ਤੁਹਾਨੂੰ ਇਹ ਆਡੀਓ ਕਿਤਾਬ ਜ਼ਰੂਰ ਪਸੰਦ ਆਈ ਹੋਵੇਗੀ। ਇਸ ਨੂੰ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ।